ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਦੋਹਰਾ ਹੰਪੀ ਕੂਚ ਕਰਤ ਹੀ ਆਏ ਨਿਰਪੇ ਜਾਏ ਇਹ ਜੰਗ ਮਚਾਏ ਸੁਨ ਕਰ ਗਮਨੇ ਬਿਲਮ ਬਹੀਨੇ ਸ਼ਾਹ ਬਹਾਦਰ ਜਿਤ ਕੋ ਚੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬਹਾਦਰ ਸ਼ਾਹ ਦੇ ਵਜ਼ੀਰ ਮੰਤਰੀ ਸੂਹੇ ਆਉਂਦੇ ਹਨ ਔਰ ਬੇਨਤੀ ਕਰਦੇ ਆ ਬਹਾਦਰ ਸ਼ਾਹ ਵੱਲੋਂ ਕਿ ਮਹਾਰਾਜ ਸਾਨੂੰ ਰਾਜ ਦਿਵਾਓ। ਔਰ ਬਹਾਦਰ ਸ਼ਾਹ ਕਹਿੰਦਾ ਮੇਰੀ ਤਾਂ ਜਾਨ ਵੀ ਬਚ ਜਾਵੇ ਇੰਨਾ ਵੀ ਬਹੁਤ ਹੈ, ਨਹੀਂ ਤਾਂ ਮੇਰਾ ਭਰਾ ਮੈਨੂੰ ਮਾਰ ਦੇਵੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਸਾਡਾ ਇੱਕ ਸਵਾਲ ਹੈ, ਜੇ ਉਹ ਪੂਰਾ ਕਰ ਦੇਵੇਗਾ ਤੇ ਅਸੀਂ ਉਹਨੂੰ ਰਾਜ ਵੀ ਦੇ ਦੇਵਾਂਗੇ, ਉਹਦੀ ਜਾਨ ਵੀ ਬਚਾ ਦੇਵਾਂਗੇ। ਤੋ ਜਾ ਕਰਕੇ ਵਜ਼ੀਰਾਂ ਨੇ ਬਹਾਦਰ ਸ਼ਾਹ ਨੂੰ ਦੱਸਿਆ। ਬਹਾਦਰ ਸ਼ਾਹ ਕਹਿੰਦਾ ਜਿਹੜਾ ਮਰਜ਼ੀ ਸਵਾਲ ਹੋਵੇ ਮੈਂ ਪੂਰਾ ਕਰੂੰਗਾ, ਪਰ ਉਹਨਾਂ ਨੂੰ ਕਹੋ ਮੇਰੀ ਜੰਗ ਵਿੱਚ ਮਦਦ ਕਰਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਸੱਲੀ ਦਿੱਤੀ, ਕਹਿੰਦੇ ਜਾਓ ਫਿਰ ਤੁਸੀਂ ਜੰਗ ਸ਼ੁਰੂ ਕਰੋ, ਇੱਕ ਵਾਰੀ ਜੰਗ ਵਿੱਚ ਤਾਂ ਵੜਨਾ ਪੈਣਾ। ਘਰੇ ਬੈਠਿਆਂ ਨੂੰ ਕੋਈ ਥਾਲੀ 'ਚ ਪਰੋਸ ਕੇ ਰਾਜ ਤਾਜ ਨਹੀਂ ਦਿੰਦਾ ਹੁੰਦਾ, ਜੰਗ ਕਰਨੀ ਪੈਣੀ ਹੈ। ਤੁਸੀਂ ਜੰਗ ਵਿੱਚ ਜਾਓ, ਅਸੀਂ ਉੱਥੇ ਆਵਾਂਗੇ। ਜਦੋਂ ਉਹਨਾਂ ਦਾ ਜਰਨੈਲ ਤਾਰਾ ਆਜ ਮਾਰਿਆ ਗਿਆ ਫਿਰ ਸਾਰੀ ਫੌਜ ਵੀ ਚੁੱਪ ਕਰ ਜਾਵੇਗੀ ਤੇ ਰਾਜ ਬਹਾਦਰ ਸ਼ਾਹ ਨੂੰ ਦੇ ਦੇਵਾਂਗੇ। ਪਰ ਇਹ ਯਾਦ ਰੱਖੇ ਕਿ ਸਾਡਾ ਬਚਨ ਭੁੱਲੇ ਨਾ। ਸਤਿਗੁਰਾਂ ਦਾ ਸਵਾਲ ਸੀ ਬਈ ਜਿਨ੍ਹਾਂ ਨੇ ਜ਼ੁਲਮ ਕੀਤੇ ਹੈ ਸਿੱਖਾਂ ਦੇ ਉੱਤੇ, ਸਿੰਘਾਂ ਦੇ ਉੱਤੇ, ਵਜੀਦੇ ਵਰਗੇ ਦੁਸ਼ਟਾਂ ਨੇ, ਉਹ ਸਾਨੂੰ ਫੜਾ ਦੇਵੇ। ਦੇਖਦੇ ਹਾਂ ਅੱਗੇ ਕੀ ਬਣਦਾ ਹੈ। ਇਹ ਵਿਚਾਰਾਂ ਆਰੰਭ ਕਰਦੇ ਹਾਂ। ਇੱਧਰੋਂ ਫਿਰ ਸਾਰੀ ਖਬਰ ਬਹਾਦਰ ਸ਼ਾਹ ਦੇ ਕੋਲ ਵਜ਼ੀਰ ਪਹੁੰਚਾਉਂਦੇ ਆ ਤੇ ਬਹਾਦਰ ਸ਼ਾਹ ਫਿਰ ਸਤਿਗੁਰੂ ਦੇ ਭਰੋਸਾ 'ਤੇ ਜਾਂਦਾ ਹੈ ਜੰਗ ਕਰਨ ਦੇ ਵਾਸਤੇ। ਸਤਿਗੁਰੂ ਕਿਵੇਂ ਉਸ ਨੂੰ ਜਿਤਾਉਂਦੇ ਆ, ਇਹ ਵਿਚਾਰਾਂ ਹੁਣ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਹੰਪੀ ਕੂਚ ਕਰਤ ਹੀ ਆਏ ਨਿਰਪੇ ਜਾਏ ਇਹ ਜੰਗ ਮਚਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਧਰਮ ਸਿਆਂ ਤੂੰ ਪੰਜਾਂ ਸਿੰਘਾਂ ਨੂੰ ਲੈ ਕੇ ਜਾ ਭਾਈ, ਅਸੀਂ ਵੀ ਮਗਰ ਹੀ ਆਵਾਂਗੇ। ਔਰ
ਬਹਾਦਰ ਸ਼ਾਹ ਨੂੰ ਕਹਿ ਦਿਓ ਕਿ ਤਿਆਰੀ ਕਰਕੇ ਜੰਗ ਸ਼ੁਰੂ ਕਰੇ। ਸੁਨ ਕਰ ਗਵਨੇ ਬਿਲਮ ਬਹੀਨੇ ਸ਼ਾਹ ਬਹਾਦਰ ਜਿਤ ਕੋ ਚੀਨੇ। ਇਹ ਸੁਣ ਕਰਕੇ ਰਾਜੇ ਬਹਾਦਰ ਸ਼ਾਹ ਦੇ ਵਜ਼ੀਰ ਜਿਹੜੇ ਹਨ ਉੱਥੋਂ ਚਾਲੇ ਪਾਉਂਦੇ ਹਨ ਜਿੱਧਰ ਕਿਧਰੇ ਬਹਾਦਰ ਸ਼ਾਹ ਰੁਕਿਆ ਹੋਇਆ ਹੈ। ਮਿਲੇ ਸਿੰਘ ਸਭ ਗਾਤ ਸੁਨਾਈ ਪ੍ਰਭ ਜੀ ਆਏ ਕਰੀ ਚੜਾਈ। ਔਰ ਜਾ ਕਰਕੇ ਉਹਨਾਂ ਨੂੰ ਸਾਰੀ ਗੱਲ ਸੁਣਾਉਣੀ ਕੀਤੀ ਹੈ, ਸਾਰੀ ਗਾਥਾ ਕਹਾਣੀ ਸੁਣਾਈ ਆ। ਇਹਨਾਂ ਪੰਜਾਂ ਸਿੰਘਾਂ ਨੇ ਵੀ ਉਹਦੇ ਵਜ਼ੀਰਾਂ ਨੇ ਵੀ ਕਿ ਸਤਿਗੁਰੂ ਜੀ ਵੀ ਆ ਰਹੇ ਹਨ ਚੜ੍ਹਾਈ ਕਰਕੇ ਤੇ ਤੁਸੀਂ ਜੰਗ ਵਿੱਢੋ। ਸਿਮਰਨ ਤੇ ਹਾਜ਼ਰ ਜੈ ਕਹਾ ਮਗ ਮੈਂ ਪੂਰਨ ਜਾਨੋ ਮਹਾ। ਔਰ ਸਤਿਗੁਰੂ ਤਾਂ ਹਰ ਥਾਂ ਤੇ ਸਹਾਇਕ ਹਨ, ਜਿੱਥੇ ਵੀ ਕੋਈ ਉਹਨਾਂ ਨੂੰ ਸਿਮਰਨ ਮਤਲਬ ਯਾਦ ਕਰਦਾ ਹੈ। ਸ਼ਰਧਾ ਧਰੋ ਭਰਮ ਕੋ ਤਿਆਗੋ ਹੋਤ ਭਾਵਨੀ ਕੋ ਫਲ ਪਾਗੋ। ਔਰ ਬਹਾਦਰ ਸ਼ਾਹ ਨੂੰ ਕਹਿੰਦੇ ਸ਼ਰਧਾ ਰੱਖੋ, ਭਾਵਨਾ ਰੱਖੋ, ਤੁਹਾਡੇ ਕਾਰਜ ਰਾਸ ਹੋਣਗੇ। ਨੰਦ ਲਾਲ ਕਹਿ ਕਰ ਸਮਝਾਇਓ ਨੀਠ ਨੀਠ ਕਰ ਮਨ ਠਹਿਰਾਇਓ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਸੁਨੇਹਾ ਜਿਹੜਾ ਜਾ ਕਰਕੇ ਬਹਾਦਰ ਸ਼ਾਹ ਨੂੰ ਦੇਣਾ ਕੀਤਾ, ਮਸਾਂ ਮਸਾਂ ਉਹਦੀ ਤਸੱਲੀ ਕਰਾਈ ਵੀ ਤੂੰ ਡਰ ਨਾ, ਜੋ ਗੁਰੂ ਸਾਹਿਬ ਨੇ ਬਚਨ ਕੀਤਾ ਉਹ ਜ਼ਰੂਰ ਪੂਰਾ ਕਰਨਗੇ। ਰਣ ਮੇ ਦਰਸ਼ਨ ਦੀ ਕਰ ਤੋਹੀ ਹਤੇ ਸ਼ਤਰੂ ਕਾਰਜ ਸਭ ਹੋਈ। ਤੈਨੂੰ ਜੰਗ ਦੇ ਮੈਦਾਨ ਵਿੱਚ ਦਰਸ਼ਨ ਵੀ ਦੇਣਗੇ ਤੇ ਤੇਰੇ ਦੁਸ਼ਮਣ ਨੂੰ ਵੀ ਮਾਰਨਗੇ। ਸੁਨ ਕਰ ਧਰ ਤੀਰਜ ਸੁਤ ਸ਼ਾਹੂ ਚਲਿਓ ਲਰਨ ਕੀ ਹੀਤ ਉਮਾਹੂ। ਪੜੋ। ਸੁਣ ਕਰ ਧਰ ਤੀਰਜ ਉਤਸ਼ਾਹੂ ਚਲਿਓ ਲਰਨ ਕੀ ਹੀਤ ਉਮਾਹੂ। ਤਾਂ ਗੁਰੂ ਪਿਆਰਿਓ ਉਹਨਾਂ ਦੇ ਕੋਲੋਂ ਸੁਣ ਕਰਕੇ ਉਸੇ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਹੈ ਧੀਰਜ ਰੱਖ ਕੇ ਤੁਰ ਪਿਆ ਜੀ। ਸ਼ਾਹ ਬਹਾਦਰ ਸੈਨ ਕੋ ਮੁਜਰਾ ਲੀਨ ਬਣਾਏ। ਤਾਂ ਪਹਿਲਾਂ ਬਹਾਦਰ ਸ਼ਾਹ ਨੇ ਸਾਰੀ ਫੌਜ ਦੀ ਜਿਹੜਾ ਹੈ ਗੁਰੂ ਪਿਆਰਿਓ ਮੁਜਰਾ ਹੁੰਦਾ ਹੈਗਾ ਹਾਜ਼ਰੀ ਲਾਉਣੀ, ਤੇ ਹਾਜ਼ਰੀ ਲਾ ਕੇ ਸਾਰਿਆਂ ਨੂੰ ਉਸ ਨੇ ਜਿਹੜਾ ਹੈ ਗੁਰੂ ਪਿਆਰਿਓ ਤਿਆਰ ਕੀਤਾ ਹੈ। ਬਖਸ਼ੀ ਬਖਸ਼ਿਸ਼ ਦਰ ਬਹੁ ਆਰ ਅਯੁੱਧ ਸਮਦਾਏ। ਔਰ ਆਪਣੇ ਸਿਪਾਹੀਆਂ ਨੂੰ ਅਨੇਕਾਂ ਬਖਸ਼ਾਂ ਵੀ ਕਰਦਾ ਹੈ ਔਰ ਮਾਇਆ ਆਦਿ। ਚੌਪਈ ਬਸਤਰ ਵਿਭੂਖਨ ਦੇ ਅਪਨਾਏ ਆਗੇ ਮਨ ਸਭ ਕਰੋ ਸਵਾਏ। ਕਿਸੇ ਨੂੰ ਕੀਮਤੀ ਵਸਤਰ ਪੁਸ਼ਾਕਾਂ ਦਿੰਦਾ ਹੈ, ਕਿਸੇ ਨੂੰ ਗਹਿਣੇ ਦਿੰਦਾ ਹੈ, ਤੇ ਨਾਲੇ ਕਹਿੰਦਾ ਇੱਕ ਵਾਰੀ ਜੰਗ ਜਿੱਤ ਜਾਵਾਂ ਫਿਰ ਮੈਂ ਤੁਹਾਡੀਆਂ ਨੌਕਰੀਆਂ ਦੁੱਗਣੀਆਂ ਕਰ ਦੇਵਾਂਗਾ। ਕਹਿ ਉਮਰਾਵਨ ਹਿਰਦੇ ਵਸਾਏ ਮਿਸਲ ਮਿਸਲ ਕਨ ਵੀਰ ਟਿਕਾਏ। ਔਰ ਇਸ ਨੇ ਕੁਝ ਲੋਕਾਂ ਨੂੰ ਜਰਨੈਲ ਲਾਇਆ ਤੇ ਜਰਨੈਲਾਂ ਨੂੰ ਟੁਕੜੀਆਂ ਬਣਾ ਕੇ ਦੇਣੀਆਂ ਕੀਤੀਆਂ ਹਨ। ਗੁਲਕਾ ਬਹੁ ਬਰੂਦ ਵਰਤਾਈ ਗਨ ਤੋਪੇ ਤਿਆਰੀ ਕਰਵਾਈ। ਔਰ ਗੁਰੂ ਪਿਆਰਿਓ ਇਸ ਤਰ੍ਹਾਂ ਇਸ ਨੇ ਆਪਣੀਆਂ ਫੌਜਾਂ ਨੂੰ ਗੋਲੀਆਂ ਬਰੂਦ ਸਿੱਕਾ ਵੰਡਣਾ ਕੀਤਾ ਹੈ ਜੀ। ਗੱਜ ਬਾਜੀ ਪੈਦਲ ਸੰਭਾਲੇ ਦਲ ਅਰਾਸਤ ਕੀਨ ਵਿਸਾਲੇ। ਘੋੜ ਸਵਾਰ, ਹਾਥੀਆਂ ਤੇ ਸਵਾਰ ਔਰ ਪੈਦਲ ਫੌਜ ਜਿਹੜੀ ਹੈ ਇਹ ਤਿੰਨ ਤਰ੍ਹਾਂ ਦੇ ਦਸਤੇ ਇਹਨਾਂ ਨੇ ਤਿਆਰ ਕੀਤੇ ਚੰਗੀ ਤਰ੍ਹਾਂ। ਦਿੱਲੀ ਤੇ ਬਾਹਰ ਹੀ ਰਹਿਓ ਪ੍ਰਥਮ ਕਰੋ ਸੰਗਰ ਚਿਤ ਚਹਿਓ। ਔਰ ਬਹਾਦਰ ਸ਼ਾਹ ਨੇ ਖਿਆਲ ਬਣਾਇਆ ਵੀ ਦਿੱਲੀ ਸ਼ਹਿਰ ਤੋਂ ਬਾਹਰ ਹੀ ਜੰਗ ਹੋਵੇ, ਦਿੱਲੀ ਦਾ ਨੁਕਸਾਨ ਨਾ ਹੋਵੇ। ਸ਼ੁਤਰੀ ਤੌਸੇ ਧੰਗ ਮਚਾਈ ਕਰਿਓ ਕੂਚ ਦਰ ਕੂਚ ਗਾਈ। ਔਰ ਇਹਨਾਂ ਨੇ ਨਗਾਰੇ ਤੇ ਚੋਟ ਲਾ ਦਿੱਤੀ ਹੈ। ਛੁਤਰੀ ਛੋਟੀਆਂ ਢੋਲਕੀਆਂ, ਵੱਡੇ ਢੋਲ ਨਗਾਰੇ ਊਠਾਂ ਦੇ ਉੱਤੇ ਜੋ ਰੱਖੇ ਹੁੰਦੇ ਹਨ ਉਹਨਾਂ ਨੂੰ ਵਜਾ ਕੇ ਇਹਨਾਂ ਨੇ ਇੱਥੋਂ ਚਾਲੇ ਪਾ ਦਿੱਤੇ ਜੀ। ਚੰਬਲ ਸਲਤਾ ਤਟ ਕੋ ਚਾਹਾ ਤੈ ਟਿਕਾਏ ਹੋ ਤੋਰਨ ਮਾਹਾ। ਔਰ ਇਹ ਸਲਾਹ ਬਣਾਈ ਹੈ ਵੀ ਚੰਬਲ ਦੀ ਘਾਟੀ ਦੇ ਨੇੜੇ, ਚੰਬਲ ਨਦੀ ਦੇ ਨੇੜੇ ਰੋਕ ਕੇ ਉੱਥੇ ਜੰਗਲ ਦੇ ਵਿੱਚ ਹੀ ਜੰਗ ਹੋਵੇ ਤਾਂ ਕਿ ਜਨਤਾ ਦਾ ਨੁਕਸਾਨ ਨਾ ਹੋਵੇ। ਬਹਾਦਰ ਸ਼ਾਹ ਨੇ ਚੰਬਲ ਨਦੀ ਤੇ ਜਾ ਕੇ ਆਪਣੀ ਮੋਰਚਾਬੰਦੀ
ਕਰ ਲਈਆ। ਉਤ ਤਾਰਾ ਆਜਮ ਬਨ ਸ਼ਾਹੂ ਬੈਠ ਤੱਕ ਤੁਮ ਰਾਵਨ ਮਾਹੂ। ਉਧਰ ਰਾਜਾ ਆਜਮ ਤਾਰਾ ਆਜਮ ਹੈ ਜਿਹੜਾ ਉਹ ਤਖਤ ਦੇ ਉੱਤੇ ਆਪਣੇ ਆਪ ਨੂੰ ਰਾਜਾ ਮੰਨ ਕੇ ਬਹਿ ਗਿਆ ਹੈ। 22 ਲੱਖ ਸੈਨ ਸੰਭਾਰੀ 10,000 ਤੋਪੇ ਬੜ ਭਾਰੀ। ਔਰ ਜੋ ਔਰੰਗਜ਼ੇਬ ਦੀ ਫੌਜ ਸੀ ਸਾਰੀ ਇਹਨੇ ਆਪਣੇ ਹੁਕਮ ਵਿੱਚ ਕਰ ਲਈ ਹੈ, ਆਪਣੇ ਕਬਜ਼ੇ ਵਿੱਚ ਕਰ ਲਈ ਹੈ। ਜੋ ਉਹਦੇ ਕੋਲੇ ਲੜਾਈ ਦਾ ਸਮਾਨ ਸੀਗਾ 10,000 ਤੋਪਾਂ 22 ਲੱਖ ਫੌਜ ਇਹ ਸਭ ਇਹਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਦੇ 5,000 50,000 ਜਬੂਰੇ ਬਖਸ਼ਿਸ਼ ਦੀ ਅਨਕ ਭਿਖ ਸੂਰੇ। ਜੰਬੂਰੇ ਕਹਿੰਦੇ ਹਨ ਸਿਪਾਹੀਆਂ ਨੂੰ ਤੇ 50,000 ਫੌਜ ਸੂਰਬੀਰਾਂ ਯੋਧਿਆਂ ਦੀ ਅਨੇਕਾਂ ਪ੍ਰਕਾਰ ਦੀਆਂ ਉਹਨਾਂ ਤੇ ਬਖਸ਼ਾਂ ਕੀਤੀਆਂ ਹਨ। ਦੱਖਣ ਦੇਸ਼ ਸਗਲ ਅਪਨਾਇਓ ਸਭ ਪਰ ਆਪਣੋ ਹੁਕਮ ਟਿਕਾਇਓ। ਔਰ ਇਸ ਤਰ੍ਹਾਂ ਤਾਰਾ ਆਜਮ ਨੇ ਦੱਖਣ ਇਲਾਕੇ ਦੇ ਵਿੱਚ ਆਪਣੇ ਆਪ ਨੂੰ ਕਾਇਮ ਕੀਤਾ ਹੈ, ਰਾਜ ਬਣਾ ਕੇ ਸਾਰਿਆਂ ਤੇ ਆਪਣਾ ਹੁਕਮ ਚਲਾ ਦਿੱਤਾ ਹੈ ਕਿ ਹੁਣ ਮੈਂ ਰਾਜਾ ਹਾਂ। ਭਰਾਤਾ ਕੀ ਸੁਣ ਕੇ ਸਭ ਬਾਤ ਕੋਪਿਓ ਅਦ ਕਰੇ ਦੇ ਗਰਬਾਤ। ਔਰ ਗੁਰੂ ਪਿਆਰਿਓ ਜਦੋਂ ਇਸ ਨੂੰ ਪਤਾ ਲੱਗਿਆ ਕਿ ਬਹਾਦਰ ਸ਼ਾਹ ਮੈਥੋਂ ਰਾਜ ਖੋਹਣ ਵਾਸਤੇ ਲੜਾਈ ਕਰਨ ਆ ਰਿਹਾ ਹੈ, ਇਹਨੂੰ ਗੁੱਸਾ ਆ ਗਿਆ। ਸਕਲ ਚੁਮਕੀ ਮਿਸਲ ਨਿਹਾਰੀ ਕਹਿ ਉਮਰਾਵਨ ਕੀ ਅਸ ਤਿਆਰੀ। ਔਰ ਜਦੋਂ ਹੀ ਇਸ ਨੂੰ ਪਤਾ ਲੱਗਿਆ ਇਹਨੇ ਆਪਣੀ ਫੌਜ ਨੂੰ ਪਹਿਲਾਂ ਦੇਖਿਆ ਤੇ ਫਿਰ ਜਰਨੈਲਾਂ ਨੂੰ ਕਹਿੰਦੇ ਤਿਆਰ ਕੀਤਾ ਜੀ। ਗੱਜ ਬਾਜਨ ਪਰ ਪਾਖਰ ਪਾਏ ਚੜਿਓ ਆਪ ਗਨ ਬੰਬ ਬਜਾਏ। ਹਾਥੀਆਂ ਘੋੜਿਆਂ ਦੇ ਉੱਤੇ ਕਾਠੀਆਂ ਕੱਸ ਲਈਆਂ, ਬੰਬ ਵਜਾਈ ਭਾਵ ਨਗਾਰਾ ਵਜਾ ਕੇ ਨਗਾਰੇ ਤੇ ਚੋਟ ਲਾ ਕੇ ਚੱਲ ਪਿਆ। ਦੱਖਣ ਤੇ ਕਰ ਕੂਚ ਹਮੇਸ਼ਾ ਆਵਤ ਚਲਿਓ ਸੁਣਿਓ ਜਿਸ ਦੇਸ਼ਾ। ਔਰ ਜਿੱਧਰੋਂ ਇਸ ਨੂੰ ਪਤਾ ਸੀ ਬਹਾਦਰ ਸ਼ਾਹ ਆ ਰਿਹਾ ਇਹ ਦੱਖਣ ਵਾਲੇ ਪਾਸੇ ਸੀਗਾ, ਕਿਉਂਕਿ ਉੱਥੇ ਹੀ ਔਰੰਗਜ਼ੇਬ ਦਾ ਜੰਗ ਵੀ ਪਹਿਲਾਂ ਲੱਗਿਆ ਰਿਹਾ, ਉੱਧਰਲੇ ਰਾਜੇ ਆਕੀ ਹੋ ਰਹੇ ਸੀ ਤੇ ਔਰੰਗਜ਼ੇਬ ਨੇ ਦੱਖਣ ਵਾਲੇ ਪਾਸੇ ਤਾਰੇ ਆਜਮ ਦੀ ਡਿਊਟੀ ਲਾਤੀ ਸੀ। ਤੇ ਜਦੋਂ ਪਤਾ ਲੱਗਿਆ ਕਿ ਮੇਰਾ ਪਿਓ ਮਰ ਗਿਆ ਹੈ ਤਾਂ ਉਸਨੇ ਉੱਥੋਂ ਹੀ ਆਪਣੇ ਰਾਜਾ ਹੋਣ ਦਾ ਐਲਾਨ ਕਰ ਦਿੱਤਾ ਹੈ। ਗ੍ਰਾਮ ਨਗਰ ਬਨ ਉਲੰਘਤ ਆਏ ਲਸ਼ਕਰ ਦੀਰਘ ਨੀਰ ਸੁਕਾਏ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਇੰਨਾ ਲਸ਼ਕਰ ਇਹਦੇ ਨਾਲ ਹੈ ਕਿ ਮਾਨੋ ਪਿੰਡਾਂ ਦਾ ਪਾਣੀ ਵੀ ਮੁਕਾ ਦੇਣ। ਪਾਣੀ ਤਾਂ ਪੀਤੇ ਮੁੱਕਦਾ ਨਾ, ਤਾਂ ਇਸ ਕਰਕੇ ਇੰਨਾ ਲਸ਼ਕਰ ਲੈ ਕੇ ਆ ਰਿਹਾ ਹੈ ਕਿ ਪਿੰਡਾਂ ਦਾ ਪਾਣੀ ਵੀ ਖਤਮ ਕਰ ਦੇਵੇ। ਸ਼ਾਹ ਬਹਾਦਰ ਸੁਣ ਸੁਧ ਸਾਰੀ ਸੰਸੇ ਹੋਤ ਸੁਣਤ ਦਲ ਭਾਰੀ। ਇਧਰ ਬਹਾਦਰ ਸ਼ਾਹ ਨੂੰ ਸੂਈਆਂ ਨੇ ਦੱਸਿਆ ਕਿ ਤਾਰਾ ਆਜਮ ਇੰਨੀ ਫੌਜ ਲੈ ਕੇ ਤੁਹਾਡੇ ਵੱਲ ਆ ਰਿਹਾ ਹੈ। ਮੋਤੀ 10 ਗੁਣ ਤੇ ਅਧਿਕਾਈ ਤੋਪ ਜਬੂਰਨ ਜੁਤ ਸਮਦਾਈ। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਬਹਾਦਰ ਸ਼ਾਹ ਨੇ ਵੀ ਆਪਣੇ ਤੋਪਾਂ ਜੰਬੂਰੀਆਂ ਭਾਵ ਸਿਪਾਹੀਆਂ ਨੂੰ ਔਰ ਗੁਰੂ ਪਿਆਰਿਓ ਅਨੇਕਾਂ 10 ਗੁਣਾ ਫੌਜ ਮੇਰੇ ਨਾਲੋਂ ਵੱਧ ਜਿਹੜੀ ਹੈ ਤਾਰੀ ਆਜਮ ਕੋਲੇ ਹੈ। ਇਹਨੂੰ ਪਤਾ ਲੱਗਿਆ ਜਦੋਂ ਲਸ਼ਕਰ ਅਲ ਪਾਹੇ ਸੰਗ ਮੇਰੇ ਗੁਰਬਚ ਪਰ ਵਿਸ਼ਵਾਸ ਬਡੇਰੇ। ਔਰ ਇਸ ਕਰਕੇ ਉਹ ਕਹਿਣ ਲੱਗਿਆ ਇਹ ਲਸ਼ਕਰ ਮੇਰੇ ਕੋਲੇ ਬਹੁਤ ਥੋੜਾ ਹੈ ਤੇ ਮੇਰੇ ਭਰਾ ਕੋਲੇ ਮੈਥੋਂ 10 ਗੁਣਾ ਵੱਧ ਹਥਿਆਰ ਤੇ 10 ਗੁਣਾ ਵੱਧ ਲਸ਼ਕਰ ਹੈ। ਅਪਰੂ ਪਾਏ ਨਹਿ ਕੈ ਬਾਰੀ ਅਪਰੂ ਪਾਏ ਨਹੀਂ ਅਬ ਕੋਈ ਇੱਕ ਅਲਾ ਅਲੰਬੇ ਹੋਈ। ਔਰ ਹੁਣ ਉਹਦੇ ਨਾਲ ਲੜਨਾ ਮੈਨੂੰ ਕੋਈ ਸੌਖਾ ਨਹੀਂ ਹੈ। ਚੱਲੀ ਜਾਂਦਾ ਤਾਂ ਕਹਿਣ ਲੱਗੇ ਹੋਰ ਕੋਈ ਵੀ ਇੰਤਜ਼ਾਮ ਨਹੀਂ ਹੈ, ਇੱਕ ਗੁਰੂ ਤੇ ਭਰੋਸਾ ਹੈ, ਅੱਲਾ ਦਾ ਹੀ ਬਸ ਹੁਣ ਆਸਰਾ ਹੈ। ਹੋਏ ਥੋਰਨ ਕੀ ਮਦਦ ਖੁਦਾਏ ਯਾਤੇ ਨਿਸ਼ਚੇ ਮੁਰਮਨ ਆਏ। ਔਰ ਮੈਨੂੰ ਪਤਾ ਹੈ ਵੀ ਜਿਹੜਾ ਪਰਮੇਸ਼ਰ ਹੈ ਅੱਲਾ ਹੈ ਉਹ ਨਿਮਾਣਿਆਂ ਦੀ ਮਦਦ ਕਰਦਾ ਹੈ। ਮੇਰੀ ਮਦਦ ਨੂੰ ਅੱਲਾ ਕਰੇਗਾ, ਪਰਮੇਸ਼ਰ ਕਰੇਗਾ ਤਾਂ ਹੀ ਗੱਲ ਬਣੇਗੀ। ਇਤ ਸ਼੍ਰੀ ਗੁਰ ਕਰ ਕੂਚ ਹਮੇਸ਼ਾ ਦਿੱਲੀ ਦਿਸ਼ ਕੋ ਗਮਨ ਕਰੇ ਸੋ। ਔਰ ਇਧਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਦਿੱਲੀ ਦੇ ਵੱਲ ਚਾਲੇ ਪਾਉਂਦੇ ਹਨ। ਸੰਗ ਖਾਲਸਾ ਦਲ ਸੁਮਦਾਈ ਮਹਿਮਾ ਸੁਣ ਕਰ ਮਿਲੇ ਸੁਆਈ। ਔਰ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਖਾਲਸਾ ਦਲ ਹੈ
ਮਹਿਮਾ ਸੁਣ ਕੇ ਗੁਰੂ ਦੀ ਉਹ ਵੀ ਨਾਲ ਰਲ ਰਿਹਾ ਹੈ। ਦਰਸ਼ਨ ਦੇਤੇ ਕਰਤ ਨਿਹਾਲ ਪੁਰੇ ਕਾਮਨਾ ਜਨਨ ਕਿਰਪਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਨਿਹਾਲ ਕਰਦੇ ਹੋਏ ਹੌਲੀ ਹੌਲੀ ਦਿੱਲੀ ਵੱਲ ਜਾ ਰਹੇ ਹਨ। ਉਤੇ ਅਵ ਰੰਗ ਕੇ ਨੰਦਨ ਦੋਹੋ ਭਇਓ ਪੀਰ ਚੰਬਲ ਤਟ ਸੋ। ਤੇ ਉਧਰ ਬਹਾਦਰ ਸ਼ਾਹ ਜਿਹੜਾ ਹੈ ਉਹ ਚੰਬਲ ਨਦੀ ਤੇ ਪਹੁੰਚ ਗਿਆ ਸੀਗਾ ਤੇ ਉਧਰੋਂ ਤਾਰੇ ਆਜਮ ਦੀ ਫੌਜ ਵੀ ਚੰਬਲ ਨਦੀ ਤੇ ਪਹੁੰਚ ਗਈ। ਦੋਨਾਂ ਦਾ ਮਿਲਾਪ ਹੋਇਆ ਤੇ ਜੰਗ ਸ਼ੁਰੂ ਹੋਇਆ ਹੈ ਜੀ। ਦੋਹੋਂ ਦਿਸ਼ਨ ਤੇ ਬਜੇ ਨਗਾਰੇ ਰਣ ਸਿੰਘੇ ਬੜ ਸ਼ਬਦ ਉਠਾਰੇ। ਔਰ ਦੋਨੇ ਪਾਸਿਓਂ ਜੰਗ ਦੇ ਨਗਾਰੇ ਵੱਜ ਗਏ। ਜੰਗ ਦੀਆਂ ਨਗਾਰੇ ਤੇ ਚੋਟਾਂ ਲਾਤੀਆਂ ਵੀ ਅਸੀਂ ਵੀ ਤਿਆਰ ਹਾਂ ਤੇ ਉਹ ਕਹਿੰਦਾ ਮੈਂ ਵੀ ਤਿਆਰ ਹਾਂ, ਆ ਜਾ ਫਿਰ। ਰਣ ਸਿੰਘੇ ਵੱਜ ਗਏ ਹਨ ਜੰਗ ਵਾਸਤੇ। ਲਸ਼ਕਰ ਪਰੇ ਕਰੇ ਅਰ ਅਰੇ ਛੂਟੀ ਤੋਪ ਗਨ ਨਭ ਰਵ ਭਰੇ। ਇਸ ਤਰ੍ਹਾਂ ਲਸ਼ਕਰ ਦੇ ਪਰੇ ਬਣਾਏ ਗਏ, ਭਾਵ 100 ਫੌਜ ਇੱਧਰ ਖੜਾਤੀ 100 ਇੱਧਰ ਖੜਾਤੀ, ਟੁਕੜੀਆਂ ਜਿਹਨੂੰ ਆਪਾਂ ਕਹਿੰਦੇ ਆ, ਫੌਜ ਦੀਆਂ ਟੁਕੜੀਆਂ ਬਣਾ ਕਰਕੇ ਤਿਆਰ ਹੋ ਗਏ ਔਰ ਤੋਪਾਂ ਗੋਲੀਆਂ ਆਕਾਸ਼ੀ ਫੈਰ ਹੋਣ ਲੱਗੇ। ਧੂਮ ਤਾਰ ਪਸਰੀ ਇੱਕ ਬਾਰੀ ਨੈ ਦੀਕਤ ਦ੍ਰਿਗ ਪਾਣ ਪਸਾਰੀ। ਔਰ ਇੰਨਾ ਧੂਆਂ ਹੋ ਗਿਆ ਬਰੂਦ ਦਾ ਮੱਚਣ ਕਰਕੇ ਕਿ ਗੁਰੂ ਪਿਆਰਿਓ ਇਹ ਕਿਸੇ ਪਾਸੇ ਕੁਝ ਦਿਸਦਾ ਨਹੀਂ। ਸ਼ਾਲਕ ਜਮੂਰਨ ਕੀ ਵੱਡ ਹੋਈ ਬਰਕਨ ਲਗੇ ਲੋ ਦਿਸ਼ ਦੋਈ। ਔਰ ਫੇਰ ਗੁਰੂ ਪਿਆਰਿਓ ਜਮੂਰਿਆਂ ਦੀ ਭਾਵ ਇੱਕ ਹੁੰਦੀਆਂ ਬੰਦੂਕਾਂ ਲੰਮੀਆਂ, ਇੱਕ ਹੁੰਦੀ ਆ ਪਿਸਤੌਲ। ਜਮੂਰੇ ਇਸ ਤਰ੍ਹਾਂ ਛੋਟਾ ਸ਼ਸਤਰ ਹੈ। ਸ਼ਲਕ ਹੁੰਦੀ ਹੈ 500-700 ਇੱਕੇ ਵਾਰੀ ਘੋੜਾ ਨੱਪਣਾ ਸਾਰਿਆਂ ਦਾ ਤੇ ਇਤਨਾ ਇੱਕਦਮ ਫੈਰ ਕਰਨਾ। ਇਸ ਤਰ੍ਹਾਂ ਕਹਿੰਦੇ ਸ਼ਲਕ ਛੱਡੀ ਜਾਂਦੀ ਹੈ। ਔਰ ਇਸ ਤਰ੍ਹਾਂ ਲੋਹੇ ਦੇ ਜਿਹੜੇ ਕਣ ਉਸ ਬਰੂਦ ਵਿੱਚ ਹੁੰਦੇ ਹਨ, ਚਾਰੇ ਪਾਸਿਓਂ ਮੀਂਹ ਦੀ ਤਰ੍ਹਾਂ ਵਰਸਣ ਲੱਗੇ। ਮਨੋ ਆਕਾਸ਼ ਫੂਟ ਗਿਰ ਪਰਿਓ ਭੀਖਨ ਸ਼ਬਦ ਭੂਮ ਨਭ ਭਰਿਓ। ਔਰ ਇਉਂ ਲੱਗਦਾ ਜਿਵੇਂ ਗੜੇ ਪੈਣ ਲੱਗੇ ਹੋਣ, ਜਿਵੇਂ ਆਕਾਸ਼ ਫੁੱਟ ਗਿਆ ਹੋਵੇ ਔਰ ਬੜੇ ਭਿਆਨਕ ਸ਼ਬਦ ਹੋ ਰਹੇ ਹਨ ਇਹਨਾਂ ਦੇ। ਮਾਰ ਮਾਰ ਕੇ ਰੌਰ ਉਠਾਇਓ ਇਮ ਸਗਰੋ ਦਿਨ ਜੰਗ ਮਚਾਇਓ। ਔਰ ਇਸ ਤਰ੍ਹਾਂ ਸਾਰਾ ਦਿਨ ਜੰਗ ਹੁੰਦਾ ਰਿਹਾ, ਉਧਰੋਂ ਵੀ ਤੇ ਉਧਰੋਂ ਵੀ ਅਨੇਕਾਂ ਮਾਰੇ ਗਏ। ਕੀਚਤ ਵੀਰ ਤੁਰੰਗ ਸੰਗਾਰੇ ਰਵ ਅਸਤਿਓ ਤਜ ਭਏ ਨੀ ਕਿਨਾਰੇ। ਔਰ ਕਿਤਨੇ ਹੀ ਯੋਧੇ ਤੇ ਕਿਤਨੇ ਹੀ ਯੋਧਿਆਂ ਦੇ ਘੋੜੇ ਮਾਰੇ ਗਏ ਔਰ ਇਤਨੇ ਸੂਰਜ ਛਿਪ ਗਿਆ ਤੇ ਜੰਗ ਰੁਕ ਗਿਆ ਹਨੇਰੇ ਕਰਕੇ। ਸਿਵਰ ਕਰਿਓ ਚੈ ਖਾਨ ਰੂਪਾਨਾ ਤ੍ਰਿਪਤ ਹਤਿਓ ਸ਼ਰਮ ਪੇ ਸਬਦਾਨਾ। ਤੇ ਸ਼ਾਮਾਂ ਦਾ ਜਿਹੜਾ ਇਹਨਾਂ ਨੇ ਲੰਗਰ ਤਿਆਰ ਕੀਤਾ ਹੈ, ਜਿਹੜਾ ਥਕੇਵਾ ਹੋਇਆ ਥਕਾਵਟ ਹੋਈ ਆ ਉਹਨੂੰ ਦੂਰ ਕੀਤਾ ਹੈ। ਚੰਬਲ ਨਦੀ ਦੇ ਕਿਨਾਰੇ ਤੇ ਇਧਰਲੇ ਪਾਸੇ ਬਹਾਦਰ ਸ਼ਾਹ ਹੈ ਤੇ ਪਰਲੇ ਪਾਸੇ ਤਾਰਾ ਆਜਮ ਹੈ। ਜਾਗਰਤ ਸੋਵਤ ਰਾਤ ਬਿਤਾਈ ਸੋਚ ਇਸ਼ਨਾਨ ਦਲ ਸਮਦਾਈ। ਇਸ ਤਰ੍ਹਾਂ ਗੁਰੂ ਪਿਆਰਿਓ ਸਾਰੀ ਰਾਤ ਇਹਨਾਂ ਨੇ ਜਾਗਦਿਆਂ ਬਿਉਂਤਾਂ ਬਣਾਉਂਦਿਆਂ ਹੀ ਬਤੀਤ ਕੀਤੀ ਹੈ। ਔਰ ਗੁਰੂ ਪਿਆਰਿਓ ਇਸ ਤਰ੍ਹਾਂ ਸਾਰੀ ਰਾਤ ਇਹਨਾਂ ਨੇ ਜੋਗਦਿਆਂ ਬਤੀਤ ਕੀਤੀ। ਦਿਨ ਚੜ ਗਿਆ। ਚੜੇ ਲਰਨ ਕੇ ਹਿਤ ਬਹੋਰੀ ਛੋਟੇ ਸ਼ਬਦ ਬੜ ਗੋਰਾ ਗੋਰੀ। ਜਦੋਂ ਦੂਜਾ ਦਿਨ ਚੜਿਆ ਤੇ ਫਿਰ ਇਹਨਾਂ ਨੇ ਜੰਗ ਦੀਆਂ ਤਿਆਰੀਆਂ ਕੀਤੀਆਂ। ਗੋਲੀਆਂ ਚਲਾਉਣੀਆਂ, ਗੋਲੇ ਚਲਾਉਣੇ ਸ਼ੁਰੂ ਕੀਤੇ। ਹੈ ਤਵਾਏ ਕਰ ਤਜੇ ਤੁਫੰਗੇ ਤੀਰ ਪ੍ਰਹਾਰੇ ਫੋਰਤ ਅੰਗੇ। ਔਰ ਘੋੜਿਆਂ ਨੂੰ ਭਜਾਉਂਦੇ ਹੋਏ ਜਿਹੜਾ ਹੈ ਤੀਰ ਤਫੰਗਾ ਗੋਲੀਆਂ ਆਦਿ ਚਲਾਉਣ ਲੱਗੇ ਹਨ। ਨੇਜੇ ਬਾਬੇ ਨ ਪਰਮਾਵੈ ਮਿਲੇ ਪਰਸਪਰ ਅਯੁੱਧ ਕਾਵੈ। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਗੋਲੀ ਚਲਾ ਯਾਰ ਤੂੰ। ਸਤਿਨਾਸ ਕਰਤਾ ਜਲਦੀ ਕਥਾ ਦਾ ਨੇਜੇ ਬਬਿਆਲ ਪਰਮਾਵੈ ਮਿਲੇ ਪਰਸਪਰ ਅਯੁੱਧ ਕਾਵੈ। ਇਸ ਤਰ੍ਹਾਂ ਗੁਰੂ ਪਿਆਰਿਓ ਚਾਰ ਛਪੇਰਿਓ ਗੋਲੀਆਂ ਨੇਜੇ ਵਰਸ਼ੇ ਜਿਹੜੇ ਹਨ ਉਹ ਚੱਲਣ ਲੱਗੇ ਜੀ। ਅੰਧ ਧੁੰਦ ਪਰ ਗਿਓ ਵਿਸਾਲਾ ਸ਼ੁਤਰ ਨਾਲ ਕੜ ਨਾਲ ਕਰਾਲਾ। ਇਸ ਤਰ੍ਹਾਂ ਅੰਧ ਧੁੰਦ ਭਾਵ ਹਨੇਰਾ ਹੋਣ ਲੱਗਿਆ ਧੂਏ ਦਾ। ਚਾਰ ਛਪੇਰੇ ਫੈਲ ਗਿਆ ਧੂਆਂ। ਸ਼ੁਤਰ ਨਾਲ ਕੁੜ ਨਾਲ ਕਰਾਲਾ। ਗੁਰੂ ਪਿਆਰਿਓ ਕਹਿੰਦੇ ਉਠਾਂ ਅਤੇ ਘੋੜਿਆਂ ਦੇ ਉੱਤੇ ਰੱਖ ਕੇ ਚਲਾਈ ਜਾਣ ਵਾਲੇ ਘੋੜ ਨਾਲ ਤੋਪਾਂ
ਜਿਹੜੀਆਂ ਚਲਾਈਆਂ ਜਾ ਰਹੀਆਂ ਹਨ। ਏਮ ਹੋਏ ਜੰਗ ਹਟੇ ਦਲ ਦੋਹ ਨਿਜ ਬਿਸ਼ਰਾਮ ਕੀਨ ਸਭ ਕੋ। ਅੱਜ ਫੇਰ ਸਾਰਾ ਦਿਨ ਕਹਿੰਦੇ ਜੰਗ ਚੱਲਦਾ ਰਿਹਾ, ਆਥਣ ਹੋ ਗਿਆ, ਦਿਨ ਛਿਪ ਗਿਆ ਹੈ ਤੇ ਫਿਰ ਸਾਰੇ ਜੰਗ ਤੋਂ ਰੁਕ ਗਏ ਜੀ। ਹੋਤ ਭਰਾਤ ਉਠ ਬਜੇ ਨਿਗਾਰੇ ਜੋਦਾ ਸੁਣਤ ਸਣਦ ਬੰਦ ਸਾਰੇ। ਤੀਜੇ ਦਿਨ ਫੇਰ ਕਹਿੰਦੇ ਜੰਗ ਸ਼ੁਰੂ ਹੋ ਗਿਆ ਹੈ। ਸਨਦਬੱਧ ਤਿਆਰ ਪ੍ਰਤਿਆਰ ਯੋਧੇ ਜਿਹੜੇ ਸਨ ਉਹ ਜੰਗ ਦੇ ਵਿੱਚ ਆ ਗਏ ਜੀ। ਦਲ ਮੁਕਾਬਲੇ ਦੋਨੋਂ ਪਏ ਹਮਲੇ ਕਰਤ ਸ਼ਾਸਤਰ ਭਟਕ ਗਏ। ਇਸ ਤਰ੍ਹਾਂ ਦੋਨਾਂ ਦਲਾਂ ਦਾ ਫੇਰ ਮੁਕਾਬਲਾ ਸ਼ੁਰੂ ਹੋ ਗਿਆ, ਇੱਕ ਦੂਜੇ ਤੇ ਹਮਲੇ ਕਰਨ ਲੱਗੇ, ਇੱਕ ਦੂਜੇ ਦੀਆਂ ਫੌਜਾਂ ਨੂੰ ਮਾਰਨ ਲੱਗੇ ਜੀ। ਤਾਰਾ ਆਜਮ ਕੋ ਬੜ ਲਸ਼ਕਰ ਪਰਿਓ ਪਾਏ ਕਰ ਘਾਵਣ ਕਰ ਕਰ। ਔਰ ਤਾਰੇ ਆਜਮ ਦਾ ਬਹੁਤ ਵੱਡਾ ਲਸ਼ਕਰ ਹੈ ਗੁਰੂ ਪਿਆਰਿਓ, ਤੇ ਤਾਰੇ ਆਜਮ ਦੀ ਫੌਜ ਹੈ ਜਿਹੜੀ ਉਹ ਦਾ ਬਣਾ ਬਣਾ ਕੇ ਬੈਰੀਆਂ ਤੇ ਪੈਂਦੀ ਹੈ। ਆਪ ਬਹਾਦਰ ਚੜਿਓ ਲਰਨ ਕੋ ਉਤ ਆਜਮ ਪਹੁੰਚਿਓ ਬਿਖਰਨ ਕੋ। ਔਰ ਹੁਣ ਬਹਾਦਰ ਸ਼ਾਹ ਜਿਹੜਾ ਇਹ ਆਪ ਫੌਜ ਦੇ ਵਿੱਚ ਵੜਿਆ ਹੈ ਲੜਾਈ ਕਰਨ ਵਾਸਤੇ, ਤੇ ਉਧਰ ਤਾਰਾ ਆਜਮ ਵੀ ਆਪਣੀ ਫੌਜ ਦੀ ਆਪ ਅਗਵਾਈ ਕਰਨ ਲੱਗਿਆ। ਜੁਗ ਭਰਾਤਾ ਨੇ ਜੰਗ ਪਵਾਏ ਛੁੱਟੇ ਤਫੰਗ ਤੋਪ ਸਮਦਾਏ। ਇਉਂ ਦੋਵੇਂ ਭਰਾਵਾਂ ਦੇ ਆਪਸ ਵਿੱਚ ਜੰਗ ਕਰ ਰਹੇ ਹਨ, ਤੋਪਾਂ ਬੰਦੂਕਾਂ ਚੱਲਣ ਲੱਗੀਆਂ। ਗੱਜ ਪਰ ਹੁਤੋ ਬਹਾਦਰ ਰਾਏ ਧਰਮ ਸਿੰਘ ਕੋ ਨਿਕਟ ਬਿਠਾਏ। ਔਰ ਬਹਾਦਰ ਸ਼ਾਹ ਉਸ ਸਮੇਂ ਹਾਥੀ ਦੇ ਉੱਪਰ ਸਵਾਰ ਸੀ ਤੇ ਧਰਮ ਸਿੰਘ ਨੂੰ ਵੀ ਆਪਣੇ ਕੋਲ ਹਾਥੀ ਦੇ ਵਿੱਚ ਬਿਠਾਇਆ ਹੋਇਆ ਸੀ। ਗੁਰਗਾਥਾ ਕੋ ਮੁਖ ਉਚਾਰੈ ਹੋਤ ਦੂਰ ਲਗ ਜੰਗ ਨਿਹਾਰੈ। ਔਰ ਹਾਥੀ ਦੇ ਉੱਤੇ ਬੈਠੇ ਹੋਏ ਬਹਾਦਰ ਸ਼ਾਹ ਤੇ ਧਰਮ ਸਿੰਘ ਗੱਲਾਂ ਕਰਦੇ ਹਨ, ਗੁਰੂ ਨੂੰ ਯਾਦ ਕਰਦੇ ਹਨ। ਦੋਏ ਦਿਸ਼ ਤੇ ਹਮਲੇ ਹੋਏ ਕਨੇ ਸੋ ਪਟ ਪਰਸ ਪਰ ਅਯੁੱਧ ਹਨੇ। ਔਰ ਦੋਨੇ ਪਾਸਿਓਂ ਬੜੇ ਤਕੜੇ ਹਮਲੇ ਹੋ ਰਹੇ ਹਨ, ਦੋਨੇ ਪਾਸਾਂ ਦੀਆਂ ਫੌਜਾਂ ਜਿਹੜੀਆਂ ਮਾਰੀਆਂ ਜਾ ਰਹੀਆਂ। ਤਬ ਚਿਤ ਵਿਉਚਿਤ ਬੜੇ ਲਰਹੇਂਗੇ ਵਿਜੇ ਪਈ ਗੁਰ ਸਵਾਲ ਕरेंगे। ਔਰ ਬਹਾਦਰ ਸ਼ਾਹ ਦੇ ਮਨ ਵਿੱਚ ਫੁਰਨਾ ਆ ਗਿਆ, ਦਿਮਾਗ ਦੇ ਵਿੱਚ ਖਿਆਲ ਆ ਗਿਆ ਬਈ ਅਸੀਂ ਲੜੀ ਜਾਂਦੇ ਆ, ਮਰੀ ਵੀ ਜਾਂਦੇ ਆ, ਜਦੋਂ ਜੰਗ ਜਿੱਤ ਗਏ ਤਾਂ ਗੁਰੂ ਸਵਾਲ ਕਰਨਗੇ, ਤਬ ਚਿਤ ਵਿਉਚਿਤ ਬੜੇ ਲੜेंगे ਵਿਜੇ ਭਈ ਗੁਰ ਸਵਾਲ ਕरेंगे। ਜੇ ਜਿੱਤ ਗਏ ਤਾਂ ਗੁਰੂ ਜਿਹੜਾ ਹੈ ਉਹ ਸਾਨੂੰ ਸਵਾਲ ਕਰਨਗੇ, ਪਤਾ ਨਹੀਂ ਕੀ ਸਵਾਲ ਪਾਉਣਗੇ ਵੀ ਆਹ ਕੰਮ ਸਾਡਾ ਕਰੋ। ਮਹਾ ਬਿਕਮ ਤੇ ਦਿਓ ਨਾ ਜਾਈ ਹੋਏ ਸੁਖੈਨ ਮੈਂ ਦਿਓ ਬਣਾਈ। ਜੇ ਕੋਈ ਔਖਾ ਸਵਾਲ ਪਾਤਾ ਤੇ ਮੈਥੋਂ ਨਾ ਪੂਰਾ ਕੀਤਾ ਗਿਆ, ਚਲ ਸੌਖਾ ਤਾਂ ਪੂਰਾ ਕਰ ਦੂੰਗਾ, ਪਰ ਪਤਾ ਨਹੀਂ ਹੁਣ ਕੀ ਸਵਾਲ ਪਾਉਣਗੇ, ਦੱਸਿਆ ਨਹੀਂ ਨਾ ਹਾਲੇ ਪਹਿਲਾਂ, ਪਤਾ ਨਹੀਂ ਕੀ ਸਵਾਲ ਪਾਉਣਗੇ। ਗੁਰੂ ਸਾਹਿਬ ਤਿਆਰੀ ਕਰ ਰਹੇ ਇਹਨੂੰ ਬਚਾਉਣ ਦੀ, ਇਹਨੇ ਫੁਰਨਾ ਪੈਦਾ ਕਰ ਲਿਆ ਤੇ ਅੰਤਰਜਾਮੀ ਸਤਿਗੁਰੂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਨੇ ਮਹਾਵਾਕ ਅਨੁਸਾਰ ਸਤਿਗੁਰ ਨੇ ਸੁਣ ਲਿਆ ਹੈ। ਨਾਹੀ ਤਾ ਟਾਰ ਹੋਂਗੇ ਜਬ ਕਹੈ ਇਸ ਪ੍ਰਕਾਰ ਮਨ ਰਨ ਕੋ ਲਹੈ। ਔਰ ਜੰਗ ਦੇ ਮੈਦਾਨ ਵਿੱਚ ਇਹ ਫੁਰਨਾ ਬਣਾ ਕੇ ਬਹਿ ਗਿਆ ਵੀ ਜੇ ਜਿੱਤ ਗਏ ਗੁਰੂ ਸਾਹਿਬ ਪਤਾ ਨਹੀਂ ਕੀ ਕਹਿਣਗੇ ਵੀ ਆ ਕਰ ਹੁਣ, ਚੱਲ ਜੇ ਤਕੜਾ ਸਵਾਲ ਹੋਇਆ ਤੇ ਟਾਲ ਮਟੋਲ ਕਰ ਦਿਆਂਗੇ, ਕੋਈ ਨਹੀਂ ਜੀ ਫੇਰ ਕਰ ਦਿਆਂਗੇ, ਫੇਰ ਕਰ ਦਿਆਂਗੇ, ਛੋਟਾ ਹੋਇਆ ਤੇ ਪੂਰਾ ਕਰ ਦਿਆਂਗੇ। ਹਮਲਾ ਪਿਓ ਸੈਨ ਸੁਮਦਾਇਆ ਸ਼ਾਹ ਬਹਾਦਰ ਛੋਰ ਕਬਲਾਇਆ। ਤੇ ਉਧਰੋਂ ਕਹਿੰਦੇ ਤਾਰੇ ਆਜਮ ਦੀ ਫੌਜ ਦਾ ਐਸਾ ਹਮਲਾ ਹੋਇਆ, ਐਸਾ ਹਮਲਾ ਹੋਇਆ ਇਹਨਾਂ ਨੂੰ ਭੱਜਣਾ ਪੈ ਗਿਆ। ਆਜੀ ਸੋ ਪਟ ਧੀਰ ਨਹਿ ਧਰੇ ਅਦਕ ਪ੍ਰਬਲ ਦਲ ਕਿਆ ਰਨ ਕਰੇ। ਹੁਣ ਤਾਰੇ ਆਜਮ ਦੇ ਕੋਲ ਇਹਦੇ ਨਾਲੋਂ 10 ਗੁਣਾ ਸ਼ਸਤਰ ਵੱਧ ਹੈ, 10 ਗੁਣਾ ਫੌਜ ਵੱਧ ਹੈ, ਤੇ ਹੁਣ ਇਹ ਕਿੱਥੇ ਬਚਦਾ ਸੀਗਾ। ਇਸ ਕਰਕੇ ਉਹਨਾਂ ਨੇ ਤਕੜਾ ਜਿਹਾ ਹਮਲਾ ਕੀਤਾ ਤੇ ਇਹਦੀ ਫੌਜ ਭੱਜ ਲਈ। ਸੰਧਿਆ ਕਿਉ ਤਰੇ ਵਿੱਚ ਡੇਰੇ ਸੰਕਟ ਤੇ ਉਰ ਚਿੱਤ ਕਨੇਰੇ। ਸ਼ਾਮਾਂ ਪੈ ਗਈਆਂ, ਅੱਜ ਦੀ ਤੀਜੇ ਦਿਨ ਦੀ ਲੜਾਈ ਵੀ ਚੱਲਦੀ ਰਹੀ, ਸ਼ਾਮਾਂ ਪੈ ਗਈਆਂ ਔਰ ਬੜੇ ਦੁਖੀ ਆ, ਆਪਣੇ ਤੰਬੂ ਵਿੱਚ ਆ ਗਿਆ। ਨੰਦ ਲਾਲ ਕੋ ਲੀਨ ਬੁਲਾਏ ਕਹਿ ਗੁਰੂ ਡਿਗ ਤੋਰਨ ਜਾਏ। ਔਰ ਇਹਨੇ ਆਪਣੇ ਵਜ਼ੀਰ ਨੂੰ ਫੇਰ ਬੁਲਾਇਆ, ਕਹਿੰਦੇ ਬਈ ਤੂੰ ਜਾ ਗੁਰੂ ਸਾਹਿਬ ਨੂੰ ਕਹੇ ਉਹ ਆਏ ਨਹੀਂ, 3 ਦਿਨ ਹੋ ਗਏ ਸਾਨੂੰ ਲੜਦਿਆਂ ਨੂੰ, ਸਾਡਾ ਨੁਕਸਾਨ ਬਹੁਤ ਹੋ ਗਿਆ। ਉਹਨਾਂ ਨੂੰ ਕਹੇ ਜੇ ਪਹੁੰਚਣਾ ਤੇ ਪਹੁੰਚਣ। ਕਦਮ ਪਦਮ ਕੋ ਨਾ ਮੋਹ ਕਰਿਓ ਮੇਰੋ ਸਕਲ ਪ੍ਰਸੰਗ ਸਨੇਹੋ। ਔਰ ਜਾ ਕੇ ਮੇਰੇ ਬਾਰੇ ਦੱਸੋ ਉਹਨਾਂ ਨੂੰ ਵੀ 3 ਦਿਨ ਹੋ ਗਏ ਸਾਡੀ ਤਾਂ ਫੌਜੀ ਬੜੀ ਮਾਰੀ ਗਈ,
ਉਹਨਾਂ ਦੇ ਚਰਨਾਂ ਵਿੱਚ ਮੇਰਾ ਚਰਨ ਬੰਦਨਾ ਨਮਸਕਾਰ ਕਰੀ। आप संग मम पिता बिगारी सो अपराधी लिहो बेचारे। ਔਰ ਉਹ ਸ਼ਾਇਦ ਸ਼ੱਕ ਕਰਦੇ ਹੋਣ ਵੀ ਇਹਦਾ ਪਿਓ ਲੜਦਾ ਰਿਹਾ। ਕਹਿਦੀ ਕਿ ਠੀਕ ਹੈ, ਮੇਰੇ ਪਿਓ ਨੇ ਤੁਹਾਡੇ ਨਾਲ ਵਿਗਾੜੀ ਸੀ, ਉਹ ਤੁਹਾਡਾ ਅਪਰਾਧੀ ਹੈ। मैं गुलाम समरावर केरा तुम बच पर विश्वास बडेरा। ਪਰ ਮੈਂ ਤਾਂ ਤੁਹਾਡਾ ਗੁਲਾਮ ਆ, ਮੈਨੂੰ ਤੁਹਾਡੇ ਬਚਨਾਂ ਤੇ ਬਹੁਤ ਭਰੋਸਾ ਹੈ। जिसको सुन रन मुंड्यो आए नत में कहा ना कछ बन आए। ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ, ਮੈਂ ਤੁਹਾਡੇ ਬਚਨ ਸੁਣ ਕੇ ਆ ਕੇ ਜੰਗ ਮੰਡਿਆ, ਮੈਦਾਨ ਦੇ ਵਿੱਚ ਆ ਕੇ ਮੈਂ ਲੜਾਈ ਸ਼ੁਰੂ ਕੀਤੀ ਹੈ ਤੁਹਾਡੇ ਭਰੋਸੇ ਤੇ। कहूँ पलाए बलायत जात जीवत सुख सो खाना खात। ਜੇ ਤੁਸੀਂ ਮੈਨੂੰ ਇਹ ਤਸੱਲੀ ਨਾ ਦਿੰਦੇ ਤੇ ਮੈਂ ਭੱਜ ਕੇ ਬਲਾਇਤ ਕਿਸੇ ਦੂਜੇ ਦੇਸ਼ ਵਿੱਚ ਚਲਿਆ ਜਾਂਦਾ, ਆਪਦੀ ਜਾਨ ਤਾਂ ਬਚਾ ਲੈਂਦਾ। तुमरे कहे आन कर लरियो नाहक पहुँच यह मैं मरियो। ਉਹਨਾਂ ਨੂੰ ਕਹਿ ਦਿਓ ਕਿ ਮੈਂ ਤੁਹਾਡੇ ਭਰੋਸੇ ਤੇ ਲੜਾਈ ਸ਼ੁਰੂ ਕੀਤੀ ਹੈ, ਨਾ ਹੱਕ ਐਵੇਂ ਹੀ ਲੜਕੇ ਆਪਣਾ ਖਤਮ ਕਰ ਰਹੇ ਆ ਸਭ ਕੁਝ। तुमरी नह सहायता पाई हथ प्राता जय किम कर आई। ਔਰ ਜੇ ਤੁਸੀਂ ਮੇਰੀ ਮਦਦ ਨਾ ਕੀਤੀ ਤੇ ਮੇਰੇ ਭਰਾ ਨੇ ਮੈਨੂੰ ਮਾਰ ਦੇਣਾ ਹੈ। 10 गुण अध कमरे किम मारे बल निर्बल उर सकल बेचारे। ਅਸੀਂ ਕਮਜ਼ੋਰ ਹਾਂ, ਸਾਡੇ ਨਾਲੋਂ 10 ਗੁਣਾ ਉਹਦੇ ਕੋਲੇ ਫੌਜ ਵੱਧ ਹੈ, 10 ਗੁਣਾ ਹਥਿਆਰ ਵੱਧ ਹਨ, ਤੇ ਇਸ ਕਰਕੇ ਹੁਣ ਜੇ ਤੁਸੀਂ ਨਾ ਆਏ ਤੇ ਫਿਰ ਮੈਂ ਨਹੀਂ ਜਿੱਤ ਸਕਦਾ। मान्यो केवल बाक तुम्हारो बहुर न हृदय कछु विचारो। ਬਸ ਮੈਂ ਤੁਹਾਡੇ ਬਚਨ ਤੇ ਭਰੋਸਾ ਕਰਕੇ ਜੰਗ ਕਰਨ ਦੀ ਸਲਾਹ ਕੀਤੀ ਆ, ਹੋਰ ਮੈਂ ਕੁਝ ਨਹੀਂ ਜਾਣਦਾ। क्यों न करत हो आन सहाय तुम अलभ न आन उपाय। ਮੈਨੂੰ ਤੁਹਾਡਾ ਹੀ ਸਹਾਰਾ ਹੈ, ਤੇ ਫਿਰ ਤੁਸੀਂ ਜੰਗ ਵਿੱਚ ਪਹੁੰਚਦੇ ਕਿਉਂ ਨਹੀਂ? ਤੀਜਾ ਦਿਨ ਟੱਪ ਗਿਆ, ਚੌਥੇ ਦਿਨ ਤੇ ਜੰਗ ਪਹੁੰਚ ਰਹੀ ਹੈ, 3 ਦਿਨ ਹੋ ਗਏ ਲੜਦਿਆਂ ਨੂੰ। ਜਾ ਵਜ਼ੀਰਾ ਜਲਦੀ ਜਾ ਗੁਰੂ ਸਾਹਿਬ ਦੇ ਕੋਲ, ਕਹਿ ਜਾ ਕੇ ਆਉਂਦੇ ਕਿਉਂ ਨਹੀਂ? चित्त को दोष नामो पर धरी है बिरद जान सुभ रक्षा करी है। ਮੇਰੇ ਪਿਤਾ ਦੀਆਂ ਗਲਤੀਆਂ ਦਾ ਖਮਿਆਜਾ ਮੈਨੂੰ ਨਾ ਭੁਗਤਾਓ, ਪਿਤਾ ਦਾ ਦੋਸ਼ ਮੈਨੂੰ ਨਾ ਲਾਓ, ਮੈਂ ਤਾਂ ਤੁਹਾਡੀ ਸ਼ਰਨ ਵਿੱਚ ਹਾਂ ਕਹਿੰਦਾ। सुन के नंद लाल चढ़ गयो शीघ्र पहुंच गुरु दर्शन कियो। ਉਸੇ ਵੇਲੇ ਇਹ ਵਜ਼ੀਰ ਜਿਹੜਾ ਹੈ ਤੇਜੀ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਮਿਲਦਾ ਹੈ। नमो कीन बिरतांत सुनायो शाह बहादुर बहुत दुख पायो। ਨਮਸਕਾਰ ਕਰਦਾ, ਫਿਰ ਕਹਿੰਦਾ ਮਹਾਰਾਜ ਬਹਾਦਰ ਸ਼ਾਹ ਰਾਜਾ ਬਹੁਤ ਦੁਖੀ ਆ। चाहते आप की अबे सहाय करो कृपा दियो विजय उपाय। ਮਹਾਰਾਜ ਤੁਹਾਡੀ ਮਦਦ ਦੀ ਲੋੜ ਹੈ, ਹੁਣ ਤੁਸੀਂ ਜਾ ਕੇ ਸਹਾਇਤਾ ਕਰੋ ਤੇ ਉਹਨੂੰ ਜਿੱਤ ਦਿਵਾਓ। सुन सत गुरु उचारन चढ़ियो जांगुर तिसके पुरी। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਦੋਂ ਜੰਗ ਤੇ ਚੜ੍ਹਿਆ ਸੀਗਾ, ਉਹਦੇ ਦਿਮਾਗ ਵਿੱਚ ਕੀ ਆਈ ਸੀ? गुर को सवाल बिकम न दे हो हे सुगम सो सुनत करे हो। ਪਤਾ ਉਹਨੇ ਕੀ ਸੋਚਿਆ ਜੰਗ ਦੇ ਵਿੱਚ ਜਾਣ ਲੱਗਿਆ? ਕੀ ਸੋਚਿਆ ਮਹਾਰਾਜ? ਉਹਨੇ ਸੋਚਿਆ ਵੀ ਗੁਰੂ ਦਾ ਸਵਾਲ ਕੋਈ ਬਾਹਲਾ ਔਖਾ ਹੋਇਆ ਤੇ ਟਾਲ ਮਟੋਲ ਕਰ ਦੂੰਗਾ, ਕੋਈ ਸੌਖਾ ਕੰਮ ਹੋਇਆ ਤੇ ਮੈਂ ਪੂਰਾ ਕਰ ਦੂੰਗਾ। याते होत पराजे ताहे ड्योलो सिदक ना दिड़ उरमाहे। ਉਹ ਸਿਦਕ ਤੇ ਨਹੀਂ ਖੜਾ, ਉਹ ਡੋਲ ਗਿਆ ਹੈ ਤੇ ਇਹ ਟਾਲ ਮਟੋਲ ਕਰਨ ਦੀ ਸਲਾਹ ਵੀ ਕਰਦਾ ਹੈ, ਸਾਡੇ ਨਾਲ ਸਿਆਸਤ ਵਰਤਦਾ, ਰਾਜਨੀਤੀ ਵਰਤਦਾ ਹੈ जे ਉਹ। साबत अपनो मन करे तब सहायता ले रिपहरै। ਹਾਂ, ਜਿੰਨਾ ਚਿਰ ਉਹ ਆਪਣੇ ਮਨ ਦੇ ਵਿੱਚ ਇਹ ਪੱਕੀ ਗੱਲ ਨਹੀਂ ਬਿਠਾਉਂਦਾ ਕਿ ਮੈਂ ਗੁਰੂ ਜੋ ਵੀ ਕਹਿਣ ਪੂਰਾ ਕਰੂੰਗਾ, ਉਹਨਾਂ ਚਿਰ ਨਹੀਂ ਉਹ ਜਿੱਤ ਸਕਦਾ। हमको रहो नहीं तबार फिर जय निज काज सुधार। ਤੇ ਸਾਨੂੰ ਉਹ ਤੇ ਕੋਈ ਭਰੋਸਾ ਨਹੀਂ ਰਹਿ ਗਿਆ ਭਾਈ, ਨਹੀਂ ਤਾਂ ਅਸੀਂ ਕੱਲ ਪਰਸੋਂ ਹੀ ਆ ਜਾਂਦੇ। ਸਾਨੂੰ ਉਹ ਤੇ ਹੁਣ ਕੋਈ ਭਰੋਸਾ ਨਹੀਂ ਰਹਿ ਗਿਆ, ਨਹੀਂ ਤਾਂ ਅਸੀਂ ਉਹਦਾ ਕਾਰਜ ਰਾਸ ਕਰ ਦਿੰਦੇ। ਪਰ ਉਹ ਤਾਂ ਦਿਮਾਗ 'ਚ ਆਹ ਫੁਰਨੇ ਬਣਾਈ ਜਾਂਦਾ ਵੀ ਚੱਲ ਕੋਈ ਛੋਟਾ ਮੋਟਾ ਹੋਇਆ ਤਾਂ ਕਰ ਦੂੰਗਾ, ਵੱਡਾ ਹੋਇਆ ਤੇ ਢਾਲ ਮਟੋਲ ਕਰ ਦਿਆਂਗੇ, ਆਪਾਂ ਜਿੱਤ ਲਈਏ ਇੱਕ ਵਾਰੀ। याते अब लिख दे कर संग एक सवाल मैं देहो अपंग। ਤਾਂ ਤੇ ਮਿੱਤਰਾ ਹੁਣ ਤਾਂ ਗੱਲ ਕਾਗਜ਼ੀ ਕਾਰਵਾਈ ਤੇ ਆ ਗਈ ਆ। ਜਿਹੜਾ ਮੇਰਾ ਸਵਾਲ ਹੈ ਮੈਂ ਲਿਖ ਕੇ ਦੇਣਾ, ਤੇ ਉਹ ਵੀ ਲਿਖ ਕੇ ਦੇਵੇ ਵੀ ਹਾਂ ਇਹ ਕੰਮ ਪੂਰਾ ਕਰੂੰਗਾ। निज मातल को पठे इथाए लिखते अपनी देह पहुँचाए। ਔਰ ਆਪਣੇ ਮਾਮੇ ਨੂੰ ਇੱਥੇ ਭੇਜੇ
ਤੇ ਆਪਣੀ ਲਿਖਤ ਪਹੁੰਚਾ ਦੇਵੇ। ਗੁਰ ਕੀ ਪੁੰਨ ਸਹਾਇਤਾ ਪਾਹੇ ਲਿਓ ਸਲਤਨ ਸ਼ਤਰੂਗਨ ਕਾਏ। ਫੇਰ ਮੈਂ ਸਹਾਇਤਾ ਕਰੂੰਗਾ ਤੇ ਉਹਦੇ ਦੁਸ਼ਮਣ ਨੂੰ ਮਾਰ ਦਿਆਂਗਾ। ਤਾਰਾ ਆਜਮ ਕੋ ਹਮ ਮਾਰੈ ਤਖਤ ਬਹਾਦਰ ਸ਼ਾਹ ਬਿਠਾਰੈ। ਤਾਰੀ ਆਜਮ ਨੂੰ ਅਸੀਂ ਮਾਰ ਕੇ ਬਹਾਦਰ ਸ਼ਾਹ ਨੂੰ ਤਖਤ ਦੇ ਦਿਆਂਗੇ। ਪੀਛੇ ਤੇ ਕਰ ਪੂਰਨ ਸਵਾਲ ਲੱਗੀ ਬਿਲਮ ਯਾਤੀ ਨੰਦ ਲਾਲ। ਇਸੇ ਕਰਕੇ ਮਿੱਤਰਾ ਤੇਰ ਲੱਗ ਗਈ ਆ, ਨਹੀਂ ਤਾਂ ਦੂਜੇ ਦਿਨ ਤੀਜੇ ਦਿਨ ਜਿਤਾ ਦਿੰਦੇ ਅਸੀਂ ਉਹਨੂੰ, ਪਰ ਉਹ ਤਾਂ ਦਿਮਾਗ ਚ ਐ ਫੁਰਨੇ ਬਣਾਈ ਜਾਂਦਾ, ਤਾਈਓ ਦੇਰ ਲੱਗ ਗਈ ਐ। ਸੁਨ ਕਰ ਹੱਥ ਬਾਂਧ ਪਦ ਬੰਦੇ ਸ਼੍ਰੀ ਪ੍ਰਭ ਤੁਮ ਸਭ ਥਾਨ ਪਸੰਦੇ। ਵਜ਼ੀਰ ਹੈਰਾਨ ਹੋ ਗਿਆ। ਵੈਸੇ ਗੁਰੂ ਵਾਸਤੇ ਹੈਰਾਨੀ ਵਾਲੀ ਕੋਈ ਵੱਡੀ ਗੱਲ ਨਹੀਂ, ਉਹ ਸਭ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਪਰ ਵਜ਼ੀਰ ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਤੁਸੀਂ ਤਾਂ ਹਰ ਥਾਂ ਤੇ ਵਸਦੇ ਹੋ। ਘਟ ਘਟ ਕੇ ਨਿਤ ਅੰਤਰ ਜਾਮੀ ਕਿਉ ਨਾ ਜਾਣੋ ਤਿਸੁਰ ਖਾਮੀ। ਤੇ ਇਸ ਕਰਕੇ ਸਭ ਦੇ ਹਿਰਦਿਆਂ ਦੀਆਂ ਜਾਣਦੇ ਹੋ, ਫਿਰ ਉਹਦੇ ਹਿਰਦੇ ਦੀ ਕਿਉਂ ਨਾ ਸਮਝ ਸਕੋ। ਮਤਲਬ ਤੁਸੀਂ ਵਾਕਿਆ ਜਾਣ ਲਿਆ ਤੇ ਉਹਨੇ ਸੋਚਿਆ ਹੋਊਗਾ। ਮੈਂ ਆਛੇ ਅਬ ਕਰ ਤਹਿਕੀਕ ਮੋਟੋ ਤਿਸ ਕੀ ਜੋ ਪ੍ਰਮ ਲੀਕ। ਤੋ ਮੈਂ ਚੰਗੀ ਤਰ੍ਹਾਂ ਜਾਣਨਾ ਮਹਾਰਾਜ, ਜਿਹੜੀ ਉਹਦੇ ਭਰਮ ਦੀ ਵਿਚਾਲੇ ਲਖੀਰ ਆ ਗਈ ਆ, ਭਾਵ ਉਹਦੇ ਤੁਹਾਡੇ ਵਿਚਾਲੇ ਜਿਹੜਾ ਭਰਮ ਪੈਦਾ ਹੋ ਗਿਆ ਉਹਨੂੰ ਦੂਰ ਕਰਾਂਗਾ। ਇਮ ਕੈ ਤੂਰਨ ਚੜਿਓ ਸਿਧਾਏ ਸੀਗਰ ਪਹੁੰਚਿਓ ਉਤਰਿਓ ਜਾਏ। ਘੋੜੇ ਤੇ ਸਵਾਰ ਹੋਇਆ, ਅੱਡੀ ਲਾਈ ਤੇ ਬੜੀ ਤੇਜ਼ੀ ਦੇ ਨਾਲ ਬਹਾਦਰ ਸ਼ਾਹ ਕੋਲ ਪਹੁੰਚਦਾ ਹੈ ਤੇ ਉਹਨੂੰ ਕਹਿੰਦਾ ਮਿਲਿਓ ਬਹਾਦਰ ਸ਼ਾਹ ਸੁਨਾਇਓ ਕਰਤ ਜੰਗ ਸੰਕਲਪ ਉਠਾਇਓ। ਕਿਉਂ ਵੀ ਜਾ ਆਉਂਦੇ ਆ ਗੁਰੂ ਸਾਹਿਬ। ਕਹਿੰਦਾ ਕਿਹੜੇ ਗੁਰੂ ਸਾਹਿਬ ਆਉਂਦੇ ਆ, ਤੂੰ ਜੰਗ ਕਰਦੇ ਨੇ ਕੀ ਸੋਚਿਆ ਸੀ। ਅਬ ਚਾਹਤ ਗੁਰ ਲਿਖਤ ਤੁਮਾਰੀ ਮਾਤੁਲ ਭੇਜਿਓ ਸੰਗ ਉਚਾਰੀ। ਔਰ ਹੁਣ ਗੁਰੂ ਸਾਹਿਬ ਤੇਰੇ ਕੋਲੋਂ ਲਿਖਾਈ ਚਾਹੁੰਦੇ ਹਨ। ਉਹਨਾਂ ਨੇ ਆਪਣੇ ਮਾਮੇ ਨੂੰ ਕਹਿ ਕੇ ਭੇਜਿਆ ਨਾਲ, ਭਾਵ ਸਤਿਗੁਰੂ ਪਾਤਸ਼ਾਹ ਜੀ ਦੇ ਮਾਮਾ ਜੀ, ਮਾਮਾ ਕਿਰਪਾਲ ਚੰਦ। ਕਹਿੰਦੇ ਸਾਡਾ ਬੰਦਾ ਜਾਂਦਾ ਤੇਰੇ ਨਾਲ, ਮੇਰੇ ਮਾਮਾ ਜੀ ਨੇ ਇਹਨਾਂ ਨੂੰ ਲਿਖ ਕੇ ਚਿੱਠੀ ਦੇਵੇ ਜੰਗ ਚੋਂ ਕਿ ਜਿਹੜਾ ਮੈਂ ਕੰਮ ਕਹੂੰਗਾ ਉਹ ਪੂਰਾ ਕਰੇਗਾ। ਖਾਤਰ ਜਮਾ ਕਰੋ ਤਿਨ ਕੇਰੀ ਬਾਹਰ ਵਿਜੇ ਰਿਪਤੇ ਹੋਏ ਤੇਰੀ। ਹੁਣ ਤਾਂ ਗੁਰੂ ਦੀ ਤਸੱਲੀ ਕਰਾਉਣੀ ਪਊਗੀ, ਤੈਨੂੰ ਲਿਖ ਕੇ ਦੇਣਾ ਪਊਗਾ। ਖਾਤਰ ਜਮਾ ਹੁੰਦਾ ਤਸੱਲੀ ਕਰਾਉਣਾ। ਤੂੰ ਹੁਣ ਉਹਨਾਂ ਦੀ ਤਸੱਲੀ ਤਾਂ ਕਰਵਾ ਸਕਦਾ ਜੇ ਤੂੰ ਹੱਥ ਨਾਲ ਲਿਖ ਕੇ ਚਿੱਠੀ 'ਚ ਦੇਵੇਂਗਾ, ਤਾਂ ਤੇਰੀ ਜਿੱਤ ਹੋਊਗੀ। ਸੁਣ ਕੇ ਸਾਹੁਰ ਦੇ ਬਿਸਮਾਦਾ ਸਮਰੱਥ ਗੁਰ ਕੋ ਲਖ ਅਹਲਾਦਾ। ਅੱਛਾ ਯਾਰ, ਲੈ ਬਿਨਾਂ ਕਹੇ ਤੋਂ ਸਮਝ ਗਏ। ਇਹ ਵੀ ਹੈਰਾਨ ਹੋ ਗਿਆ ਬਹਾਦਰ ਸ਼ਾਹ ਇਹ ਗੱਲ ਸੁਣ ਕੇ ਵੀ ਹਾਂ ਮੈਂ ਸੋਚਿਆ ਤਾਂ ਸੀਗਾ, ਜਿਵੇਂ ਕਾਜੀ ਤੇ ਗੁਰੂ ਪਿਆਰੋ ਦੌਲਤ ਖਾਨ ਨੇ ਬਾਬੇ ਨਾਨਕ ਜੀ ਦੇ ਸਮੇਂ ਮਸੀਤ ਵਿੱਚ ਖੜੇ ਆ ਸੋਚਿਆ ਸੀਗਾ, ਤੇ ਇਹ ਵੀ ਤਾਂ ਉਹੀ ਸਰੂਪ ਹੈ, 10ਵਾਂ ਰੂਪ ਹੈ। ਕਹਿਣ ਲੱਗੇ ਅੱਛਾ ਉਹ ਦਿਲਾਂ ਦੀਆਂ ਬੁੱਝ ਲੈਂਦੇ ਆ। ਮਨ ਕੀ ਜਾਣ ਲਈ ਸਭ ਬਾਤ ਅਬ ਸਹਾਇ ਹੋਏ ਹੈ ਦੇ ਦਾਤ। ਉਹ ਤਾਂ ਮੇਰੇ ਹਿਰਦੇ ਦੀਆਂ ਬੁੱਝ ਲੈਂਦੇ ਆ। ਇਹਦਾ ਮਤਲਬ ਜੀ ਉਹ ਮਦਦ ਕਰਨ ਤਾਂ ਜ਼ਰੂਰ ਮੇਰੀ ਜਿੱਤ ਹੋ ਸਕਦੀ ਆ। ਨਿਜ ਕਰ ਕੀ ਤਬ ਲਿਖਤ ਪਠਾਈ ਇੱਕ ਸਵਾਲ ਮੈਂ ਦਿਓ ਬਣਾਈ। ਔਰ ਇਸ ਨੇ ਲਿਖ ਕੇ ਦੇ ਦਿੱਤਾ ਹੈ। ਠੀਕ ਹੈ, ਤੁਹਾਡਾ ਜਿਹੜਾ ਵੀ ਸਵਾਲ ਹੈ ਮੈਂ ਜ਼ਰੂਰ ਪੂਰਾ ਕਰੂੰਗਾ। ਹਾਕਮ ਰਾਏ ਪਠਿਵਾਰ ਮਾਤੁਲ ਕਹਿ ਬਿਨਤੀ ਬਖਸ਼ੋ ਜਨਤਾ ਤੁਲ। ਔਰ ਇਸ ਤਰ੍ਹਾਂ ਉਹਨਾਂ ਨੇ ਆਪਣੀ ਮੋਹਰ ਲਾ ਦਿੱਤੀ। ਇਸ ਬਾਰੇ ਸ਼ੰਕਾ ਨਾ ਕਰੋ। ਬੇਗਵੰਤ ਬਾਹਨ ਚੜ ਗਏ ਡਿਗ ਆਏ ਸੀਗਰ ਦਰਸਏ। ਔਰ ਵਜ਼ੀਰ ਦੇ ਨਾਲ ਉਹ ਚਿੱਠੀ ਲੈ ਕੇ ਬੜੀ ਤੇਜ਼ੀ ਨਾਲ ਪਾਤਸ਼ਾਹ ਕੋਲ ਪਹੁੰਚਦੇ ਆ। ਬੰਦਨ ਕਰ ਪੁਨ ਸਕਲ ਸੁਨਾਈ ਬਖਸ਼ੋ ਭੂਲ ਤੁਮੇ ਬਨ ਆਈ। ਉਹ ਕਹਿੰਦਾ ਜੀ ਠੀਕ ਹੈ ਮਹਾਰਾਜ, ਬਹਾਦਰ ਸ਼ਾਹ ਮੰਨ ਗਿਆ ਉਹਦੀ ਇਹ ਗਲਤੀ ਸੀ ਕਿ ਉਹਨੇ ਫੁਰਨਾ ਬਣਾਇਆ ਬਈ ਜੇ ਵੱਡਾ ਸਵਾਲ ਹੋਇਆ ਤਾਂ ਟਾਲ ਮਟੋਲ ਕਰ ਦਿਆਂਗੇ, ਛੋਟਾ ਹੋਇਆ ਤੇ ਮੁੱਕਰ ਜਾ ਆਪਣਾ ਪੂਰਾ ਕਰ ਦਿਆਂਗੇ। ਔਰ ਹੁਣ ਉਸ ਨੇ ਤੁਹਾਨੂੰ ਚਿੱਠੀ ਤੇ ਲਿਖ ਦਿੱਤਾ ਮਹਾਰਾਜ, ਮੋਹਰ ਆਪਣੀ ਦੀ ਲਗਾਏ ਇਸਮੇ ਸੰਸੇ ਕੋਈ ਨਾ ਪਾਏ। ਉਹਨੇ ਚਿੱਠੀ ਤੇ ਲਿਖ ਕੇ ਆਪਣਾ ਸਾਈਨ ਕਰਤੇ, ਮੋਹਰ ਵੀ ਲਾ ਦਿੱਤੀ ਹੈ। ਜਾਨ ਗੁਲਾਮ ਸਹਾਇ ਕਰੀਜੈ ਵਿਜੇ ਕਿਰਪਾ ਤਰ ਸਲਤਨ ਦੀਜੈ। ਔਰ ਕਿਰਪਾ ਕਰੋ ਆਪਣਾ ਗੁਲਾਮ ਜਾਣ ਕੇ। ਮੁਸਲਮਾਨੀ ਮਤ ਵਿੱਚ ਗੁਲਾਮ ਕਹਿੰਦੇ, ਆਪਾਂ ਦਾਸ ਕਹਿ ਦਿੰਦੇ ਆ, ਕਹੋ ਸਤਨਾਮ। ਕਹਿੰਦੇ ਆਪਣਾ ਗੁਲਾਮ ਜਾਣ ਕੇ ਵਜ਼ੀਰ ਕਹਿੰਦਾ ਉਹਦੀ ਰਕਸ਼ਾ ਕਰੋ ਮਹਾਰਾਜ, ਉਹਨੂੰ ਰਾਜ ਭਾਗ ਬਖਸ਼ੋ। ਇੱਕ ਦੀਨ ਨਿਜ ਬਿਰਦ ਸੰਭਾਰਾ ਹਿਤ ਧੀਰਜ ਕੇ ਬਾਗ ਉਚਾਰਾ। ਔਰ ਜਦੋਂ ਵਜ਼ੀਰ ਨੇ ਆ ਕੇ ਮਿੰਟਾਂ ਕੀਤੀਆਂ, ਚਿੱਠੀ ਫੜਾ ਦਿੱਤੀ, ਲਓ ਮਹਾਰਾਜ ਲਿਖ ਦਿੱਤਾ ਉਹਨੇ, ਮੋਹਰ ਵੀ ਲਾ ਦਿੱਤੀ ਹੈ ਵੀ ਜੋ ਵੀ ਕਹਿਣਗੇ ਮੈਂ ਪੂਰਾ ਕਰੂੰਗਾ, ਮੈਨੂੰ ਇੱਕ ਵਾਰੀ ਰਾਜਗੱਦੀ ਤੇ ਬਿਠਾ ਦਿਓ। ਤਾਂ
ਗੁਰੂ ਸਾਹਿਬ ਨੇ ਫਿਰ ਦਇਆ ਦੇ ਘਰ ਵਿੱਚ ਆਏ। ਅਣਕਬਾੜ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਆਵੇ ਵਾਲੀ ਗੱਲ ਹੈ। ਕਹਿੰਦੇ ਸਤਿਗੁਰੂ ਦਇਆ ਦੇ ਘਰ ਆਏ ਤੇ ਧੀਰਜ ਦਿੱਤਾ। ਅਬ ਤੁਮ ਜਾਓ ਚੜਾਵੋ ਸ਼ਾਹੂ ਹਮ ਦਰਸ਼ਨ ਦੇ ਹੈ ਰਨ ਮਾਹੂ। ਚੱਲ ਜਾ ਫਿਰ। ਬਹਾਦਰ ਸ਼ਾਹ ਰੁਕਿਆ, ਫਿਰ ਦੁਬਾਰੇ ਜਾਵੇ ਲੜਨ ਵਾਸਤੇ। ਇੱਕ ਵਾਰੀ ਭਜਾਤਾ ਨਾ ਤਕੜਾ ਜਿਹਾ ਹਮਲਾ ਕਰਕੇ, ਡਰਦਾ ਦੂਰ ਜਾ ਕੇ ਬਹਿ ਗਿਆ। ਬਾਦਸ਼ਾਹ ਕਹਿੰਦੇ ਇੱਕ ਵਾਰੀ ਫਿਰ ਬਹਾਦਰ ਸ਼ਾਹ ਨੂੰ ਕਹੇ ਜਾ ਕੇ ਚੜੇ, ਅਸੀਂ ਜੰਗ ਵਿੱਚ ਦਰਸ਼ਨ ਦੇਾਂਗੇ। ਤਾਰਾ ਆਜਮ ਕੋ ਹਮ ਮਾਰੈ ਕੁਛ ਅਮਰਾਵ ਸਮੇਤ ਵਿਦਾਰੈ। ਔਰ ਅਸੀਂ ਤਾਰਾ ਆਜਮ ਤੇ ਕੁਝ ਉਹਦੇ ਨੇੜੇ ਦੇ ਬੰਦਿਆਂ ਨੂੰ ਮਾਰਾਂਗੇ, ਬਾਕੀਆਂ ਨੂੰ ਭਜਾਵਾਂਗੇ। ਜਬ ਕੁਛ ਚਿੰਨ ਲਖੋਇ ਸਰੀਤ ਹਟੋ ਰਰੰਤੇ ਹੋਏ ਨਿਰਭੀਤ। ਔਰ ਤੁਹਾਨੂੰ ਜਦੋਂ ਇਹ ਨਿਸ਼ਾਨੀਆਂ ਪਤਾ ਲੱਗ ਗਈਆਂ, ਤਾਰਾ ਆਜਮ ਮਾਰਿਆ ਗਿਆ, ਉਹਦੇ ਸਾਥੀ ਜਿਹੜੇ ਕੁਝ ਮਾਰੇ ਗਏ, ਕੁਝ ਭੱਜ ਗਏ, ਫਿਰ ਜੰਗ ਬੰਦ ਕਰ ਦਿਓ। ਜੁਗ ਭਰਾਤਾ ਕੋ ਅਬ ਕੀ ਜਾਵੋ ਰਨ ਮੁਕਾਬਲਾ ਭਲੇ ਕਰਵਾਵੋ। ਜਾ ਵਜ਼ੀਰ ਨੂੰ ਕਹਿੰਦੇ ਪਾਤਸ਼ਾਹ ਜਾ, ਦੋਨਾਂ ਭਰਾਵਾਂ ਦੀ ਇੱਕ ਵਾਰੀ ਫਿਰ ਜੰਗ ਕਰਾ, ਮੈਂ ਜੰਗ ਦੇ ਵਿੱਚ ਮਿਲੂੰਗਾ। ਤਾਰਾ ਆਜਮ ਮਰਿਓ ਲਖੀਜੈ ਨਿਰਭੈ ਨਿਚਿੰਤ ਜੰਗ ਕੋ ਕੀਜੈ। ਨਿਸ਼ਚਿੰਤ ਹੋ ਕੇ, ਨਿਰਭੈ ਹੋ ਕੇ, ਫੁਰਨਾ ਰਹਿਤ ਹੋ ਕੇ ਸਾਡੇ ਤੇ ਭਰੋਸਾ ਕਰਕੇ ਜੰਗ ਕਰੇ। ਅਸੀਂ ਪਹੁੰਚਦੇ ਹਾਂ। ਤਹ ਕਾਇਰ ਹੋਏ ਸੁਖ ਚੋਤਾ ਤਰ ਉਤਸ਼ਾਓ ਪਿਖੋ ਰਨ ਮਹਾ। ਉਹਨੂੰ ਕਹਿ ਦਿਓ ਕੈਰਾਂ ਵਾਂਗੂ ਨਹੀਂ ਲੜਨਾਗਾ, ਚੜ੍ਹਦੀ ਕਲਾ ਨਾਲ ਲੜੇ, ਸਾਡੇ ਤੇ ਸ਼ੰਕਾ ਨਾ ਕਰੇ। ਸੁਣ ਕੇ ਸਤਿਗੁਰ ਕੇ ਬਚਿਆਛੇ ਕਰ ਅਬ ਬੰਧਨ ਚਲਬੋ ਬਾਛੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਵਜ਼ੀਰ ਬੜੀ ਤੇਜ਼ੀ ਨਾਲ ਘੋੜ ਸਵਾਰ ਹੋ ਕੇ ਫਿਰ ਭਜਾਉਂਦਾ ਹੈ। ਇਕਤ ਪ੍ਰਭੂ ਕੇ ਆਗੇ ਤਰੇ ਚੜ ਕਰ ਚਾਲੇ ਤੂਰਨ ਕਰੇ। ਔਰ ਇਸ ਤਰ੍ਹਾਂ ਗੁਰੂ ਸਾਹਿਬ ਦਾ ਜੋ ਕਿਹਾ ਸੀਗਾ ਉਹ ਬਹਾਦਰ ਸ਼ਾਹ ਨੂੰ ਜਾ ਕੇ ਦੱਸਦਾ ਹੈ ਤੇ ਲਿਖਤ ਕਹਿੰਦਾ ਮੈਂ ਗੁਰੂ ਸਾਹਿਬ ਨੂੰ ਦੇ ਆਇਆ। ਉਲੰਘ ਪੰਥ ਚੰਬਲ ਤਟਿਆਏ ਮਿਲੇ ਸ਼ਾਹ ਸੰਗ ਸਕਲ ਸੁਨਾਏ। ਔਰ ਬੜੀ ਤੇਜ਼ੀ ਦੇ ਨਾਲ ਪੈਂਡਾ ਤੈਅ ਕਰਕੇ ਚੰਬਲ ਦੇ ਇਲਾਕੇ ਵਿੱਚ ਪਹੁੰਚ ਗਏ। ਹੋਤ ਪ੍ਰਾਤ ਕੇ ਸੰਸੇ ਤਿਆਗੋ ਕਰ ਮੁਕਾਬਲਾ ਲਰਬੇ ਲਾਗੋ। ਔਰ ਵਜ਼ੀਰ ਆ ਕੇ ਫਿਰ ਉਹਨੂੰ ਧੀਰਜ ਦਿੰਦਾ ਬਹਾਦਰ ਸ਼ਾਹ ਨੂੰ, ਕਹਿੰਦਾ ਮਨ ਦੇ ਵਿੱਚੋਂ ਸ਼ੰਕੇ ਕੱਢ ਕੇ ਜਿਹੜੇ ਹੈ ਲੜਾਈ ਕਰਨਾ ਕਰੋ। ਮਿਥਿਆ ਹੋਏ ਨਾ ਗੁਰ ਕੋ ਕਹਿਓ ਅਬ ਤੋ ਪਤਾ ਭਲਾ ਤੁਮ ਲਹਿਓ। ਗੁਰੂ ਦਾ ਬਚਨ ਕਦੇ ਝੂਠਾ ਨਹੀਂ ਹੋ ਸਕਦਾ। ਹੁਣ ਤਾਂ ਤੈਨੂੰ ਤਸੱਲੀ ਕਰ ਲਈ ਨਾ, ਤੇਰੇ ਦਿਲ ਦੀ ਬੁੱਝ ਲਈ ਆ। ਜਦੋਂ ਤੂੰ ਸੋਚਿਆ ਪਤਾ ਨਹੀਂ ਕੀ ਸਵਾਲ ਕਰਨਗੇ, ਕੋਈ ਵੱਡਾ ਹੋਇਆ ਤਾਂ ਜਵਾਬ ਦੇ ਦਿਆਂਗੇ, ਟਾਲ ਮਟੋਲ ਕਰ ਦਿਆਂਗੇ, ਛੋਟਾ ਹੋਇਆ ਤਾਂ ਕਰ ਦਿਆਂਗੇ। ਹੁਣ ਤਾਂ ਤਸੱਲੀ ਹੋ ਗਈ ਨਾ, ਉਹ ਦਿਲਾਂ ਦੀਆਂ ਬੁੱਝਣ ਵਾਲੇ, ਉਹ ਸ਼ਕਤੀਆਂ ਦੇ ਮਾਲਕ ਹੈ। ਤੇਰਾ ਕਰਮ ਸਲਤ ਨੇ ਸਮੈ ਸਕਲ ਤਿਆਰੀ ਕੀਨ ਬਣਾਏ। ਇਸ ਤਰ੍ਹਾਂ ਫਿਰ ਦੁਬਾਰਾ ਸਲਾਹ ਕਰਦੇ ਆ, ਰਾਤ ਨੂੰ ਵੀ ਤੜਕੇ ਫਿਰ ਜੰਗ ਕਰਾਂਗੇ। ਹੋਤ ਪ੍ਰਾਤ ਕੇ ਤੁਰਤ ਹੀ ਬਾਦ ਟੋਟੇ ਬਜਾਏ। ਔਰ ਦੂਜੇ ਦਿਨ ਤੜਕੇ ਫਿਰ ਇਹਨਾਂ ਨੇ ਨਗਾਰੇ ਢੋਲ ਵਜਾ ਦਿੱਤੇ ਜੰਗ ਦੇ। ਚੌਪਈ ਤੋਪੇ ਸ਼ੁਰੂ ਚਲਾਵਨ ਕਰੀ ਚੜੇ ਦੋ ਦਲ ਰਿਸ ਉਰ ਧਰੀ। ਜਦੋਂ ਇਧਰੋਂ ਬਹਾਦਰ ਸ਼ਾਹ ਨੇ ਫੇਰ ਜੰਗ ਦਾ ਨਗਾਰਾ ਵਜਾਤਾ ਹੈ, ਇਧਰੋਂ ਤੋਪ ਚਲਾਤੀ ਇੱਕ ਅੱਧੀ ਤੇ ਉਧਰੋਂ ਤਾਰੇ ਆਜਮ ਨੇ ਵੀ ਚਲਾਉਣੀਆਂ ਸ਼ੁਰੂ ਕੀਤੀਆਂ। ਬਾਜੇ ਛੁਤਰੀ ਪਟੇ ਨਗਾਰੇ ਪੀਰ ਭੂਖ ਨਾ ਭੂਰ ਪੰਕਾਰੇ। ਤਾਂ ਛੁਤਰੀ ਵਾਲੇ ਬਾਜੇ ਭਾਵ ਜੋ ਉੱਠਾਂ ਦੇ ਉੱਤੇ ਛੋਟੇ ਨਗਾਰੇ ਬੰਨੇ ਹੁੰਦੇ ਹਨ ਵਜਾਉਣ ਵਾਸਤੇ, ਉਹ ਵੱਜ ਪਏ। ਔਰ ਪਟੇ ਵੱਜ ਪਏ, ਨਗਾਰੇ ਵੱਜ ਪਏ ਅਤੇ ਭੇਰੀਆਂ ਸ਼ਹਿਨਾਈਆਂ ਜੰਗ ਦੇ ਮੈਦਾਨ ਵਿੱਚ ਜੋ ਸਾਜ਼ ਵਜਾਉਂਦੇ ਆ ਉਹ ਵੱਜਣ ਲੱਗੇ। ਸ਼ਬਦ ਤੁਫੰਗ ਤੋਪ ਕੋਰ ਪਟਗਨ ਬੋਲਿਓ ਘਾਲੋ ਰੋਰ। ਔਰ ਗੁਰੂ ਪਿਆਰਿਓ ਸਿਪਾਹੀਆਂ ਦੇ ਆਵਾਜ਼ਾਂ ਆਉਣ ਲੱਗੀਆਂ, ਰੌਲਾ ਪੈਣ ਲੱਗਿਆ, ਫੜ ਲੋ ਮਾਰ ਲੋ ਦਾ, ਤੇ ਇੱਕ ਪਾਸੇ ਬੰਦੂਕਾਂ ਤੋਪਾਂ ਦੀਆਂ ਗੋਲੀਆਂ ਦੀਆਂ ਆਵਾਜ਼ਾਂ ਆਉਂਦੀਆਂ। ਅੰਧ ਧੁੰਦ ਬ੍ਰਿੰਦ ਧੂਮ ਧਾਰ ਨਭ ਧੂਰ ਬੁੜੀ ਅਛਾਦਤ ਹੈ ਸਭ। ਅੰਧਾ ਧੁੰਦ ਫੇਰ ਲੜਾਈ ਸ਼ੁਰੂ ਹੋ ਗਈ ਆ ਗੁਰੂ ਪਿਆਰਿਓ, ਤੇ ਆਕਾਸ਼ਾਂ ਦੇ ਵਿੱਚ ਧੂਆਂ ਹੀ ਧੂਆਂ ਹੋ ਗਿਆ। ਤੋਮਰ ਤੀਰ ਤਰਾਰ ਚੱਲੇ ਬਾਰ ਬਾਰ ਪਕਾਲਤ ਹੱਲੇ। ਔਰ ਤੋਮਰ ਨੇਜੇ ਬਰਸ਼ੇ ਤੀਰ ਤਲਵਾਰਾਂ ਸ਼ਾਸਤਰ ਬੰਦੂਕਾਂ ਆਦਿ ਚੱਲਣ ਲੱਗੀਆਂ। ਉਤ ਤਾਰਾ ਆਜਮ ਰਿਸ ਧਰ ਕੈ ਪ੍ਰੇਰਿਓ ਲਸ਼ਕਰ ਉਚਰ ਉਚਰ ਕੈ। ਔਰ ਤਾਰੇ ਆਜਮ ਨੇ ਆਪਣੇ ਲਸ਼ਕਰ ਨੂੰ ਹੱਲਾ ਸ਼ੇਰੀ ਦਿੱਤੀ ਆ, ਚਲੋ ਵੀ ਮਾਰ ਲਓ ਇਸ ਨੂੰ। ਕਹਾ ਪਿਓ ਤੁਮ ਕੋ ਅਮਰਾਹੂ ਬੈਠਤ ਸਭਾ ਬਖਤ ਗਰਬਾਹੂ। ਔਰ ਕਹਿਣ ਲੱਗਿਆ, ਹੇ ਅਮਰਾਵ ਤੁਹਾਨੂੰ ਕੀ ਹੋ ਗਿਆ ਹੈ?
ਇਹਨਾਂ ਨੂੰ ਕਿਉਂ ਨਹੀਂ ਤੁਸੀਂ ਜਾ ਕੇ ਨੱਪਦੇ, ਇੱਥੇ ਬੈਠੇ ਹੋ। ਬੜੇ ਬੜੇ ਮਨ ਸਭ ਤੋਂ ਪਾਏ, ਨਿਮਖ ਹਰਾਮ ਕਾਮ ਨ ਆਏ। ਮੈਂ ਤੁਹਾਡੀਆਂ ਵੱਡੀਆਂ ਵੱਡੀਆਂ ਨੌਕਰੀਆਂ ਤੇ ਵੱਡੀਆਂ ਵੱਡੀਆਂ ਤਨਖਾਹਾਂ ਲਾਈਆਂ ਹੋਈਆਂ, ਤੇ ਤੁਸੀਂ ਕਿਉਂ ਨਹੀਂ ਮੇਰੇ ਕੰਮ ਆਉਂਦੇ ਹੁਣ। ਕਹਾ ਅਲ ਪਰਿਪ ਕੋ ਦਲ ਆਹੈ, ਲਰ ਲਰ ਤੁਮਰੀ ਸਮਤਾ ਲਹੈ। ਉਹ ਦੁਸ਼ਮਣ ਦੇ ਕੋਲੇ ਥੋੜੀ ਫੌਜ ਹੈ ਤੇ ਤੁਸੀਂ ਉਸ ਨੂੰ ਦਬਾ ਨਹੀਂ ਸਕਦੇ। ਲਸ਼ਕਰ ਕਾ ਪਨੋ ਕਨੋ, ਜਿਸ ਤੇ ਕਾਜ ਨਾ ਕਿੰਚਿਤ ਬਣੋ। ਉਸੇ ਤਰ੍ਹਾਂ ਹੀ ਜਿਵੇਂ ਰੂਸ ਤੇ ਯੂਕਰੇਨ ਦਾ ਜੰਗ ਹੋ ਰਿਹਾ ਗੁਰੂ ਪਿਆਰੋ, ਰੂਸ ਨੇ ਸੋਚਿਆ ਸੀ ਮੈਂ ਜਾਂਦਿਆਂ ਹੀ ਦੱਬ ਲੈਣਾ, ਪਰ 15 ਦਿਨ ਹੋ ਗਏ, ਲਗਭਗ 14 ਦਿਨ ਹੋ ਗਏ ਤੇ ਉਸ ਤੋਂ ਹਜੇ ਜਿੱਤ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਹੀ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, ਉਦੋਂ ਇਹਨਾਂ ਸਰਕਾਰਾਂ ਦੀਆਂ ਫੌਜਾਂ ਨੇ ਵੀ ਸੋਚਿਆ ਸੀਗਾ ਅਸੀਂ ਜਾਂਦੇ ਹੀ ਫੜ ਲਿਆਉਣੇ ਆ ਉਹਨਾਂ ਨੂੰ, ਪਰ ਗੁਰੂ ਪਿਆਰਿਓ ਉਹਨਾਂ ਨੇ ਵੀ 4-5 ਦਿਨ ਐਸੇ ਲੋਹੇ ਦੇ ਚਣੇ ਚਵਾਏ, ਹੈਰਾਨ ਹੋ ਗਏ ਵੀ ਇੰਨਾ ਜੰਗ ਤਾਂ ਇੰਨਾ ਸਮਾਂ ਤਾਂ ਦੂਜੇ ਦੇਸ਼ ਦੀ ਜੰਗ ਵਿੱਚ ਵੀ ਨਹੀਂ ਲੱਗਦਾ ਜਿੰਨਾ ਇੱਥੇ ਲੱਗ ਗਿਆ, ਕਿਉਂਕਿ ਇੱਥੇ ਵੀ ਬਿਉਂਤਬੰਦੀ ਅਕਾਲ ਪੁਰਖ ਦੀ ਤੇ ਗੁਰੂ ਪਿਆਰਿਓ ਮਹਾਂਪੁਰਸ਼ਾਂ ਦੀ ਅਤੇ ਗੁਰੂ ਪਿਆਰੋ ਜਰਨੈਲ ਸੁਬੇਗ ਸਿੰਘ ਦੀ ਕੀਤੀ ਹੋਈ ਸੀ। ਕੋ ਸਤਨਾਮ ਤੋ ਖੈਰ ਤਾਰਾ ਆਜਮ ਕਹਿੰਦਾ ਇਹਨਾਂ ਦੀ ਥੋੜੀ ਜੀ ਫੌਜ ਆ, ਤੁਸੀਂ ਇੱਥੇ ਬੈਠੇ ਹੋ ਚੁੱਪ ਕਰਕੇ ਤਨਖਾਹਾਂ ਲੈ ਕੇ, ਕਿਉਂ ਨਹੀਂ ਹਮਲਾ ਕਰਦੇ। ਪਿਆਰੇ ਪ੍ਰਾਨ ਕੇ ਤੈ ਸੋ ਮਿਲੇ, ਹੀਰੋ ਅਲਪ ਸੋ ਆਵਤ ਮਿਲੇ। ਤੁਸੀਂ ਜਾਨ ਬਚਾਉਣੇ ਹੋ, ਜਾਨਾਂ ਨੂੰ ਪਿਆਰਾ ਕੀ ਛੱਡਿਆ ਹੈ, ਥੋੜੀ ਜੀ ਫੌਜ ਆ ਉਹਨਾਂ ਦੀ, ਸਿੱਟ ਲਓ। ਸਕਲ ਸੈਨ ਪਤ ਡਾਟਨ ਕਰੇ, ਕਹਿ ਕਹਿ ਪਠਿਓ ਜਹਾਂ ਜੈ ਖਰੇ। ਤਾਰਾ ਆਜਮ ਕੁਝ ਹੰਕਾਰ ਵਿੱਚ ਵੀ ਹੈ ਕਿ ਮੇਰੇ ਕੋਲੇ ਸਾਰਾ ਕੁਝ ਆ ਗਿਆ, ਪਿਓ ਵਾਲਾ ਫੌਜ ਵੀ ਆ ਗਈ, ਸ਼ਸਤਰ ਵੀ ਮੇਰੇ ਕੋਲੇ ਆ ਗਏ, ਉਸਨੇ ਉਦੋਂ ਪਹਿਲੇ ਸਭ ਕਬਜ਼ੇ 'ਚ ਕਰ ਲਿਆ। ਹੰਕਾਰ ਦੇ ਵਿੱਚ ਜਰਨੈਲਾਂ ਨੂੰ ਲੜਨ ਲੱਗਿਆ, ਡਾਂਟਣ ਲੱਗਿਆ। ਇਤੇ ਆਦਿਕ ਕੈ ਸਨ ਬੋਹੋਬਾ, ਲਸ਼ਕਰ ਕੇ ਪ੍ਰੇਰਣ ਹਿਤ ਜੋਵਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਰਿਆਂ ਨੂੰ ਸੁਣਾਈਆਂ ਤੇ ਲਸ਼ਕਰ ਨੇ ਸੁਣਨੀਆਂ ਕੀਤੀਆਂ। ਹਮਲਾ ਸਭ ਮਰਾਵਨ ਚਾਹਾ, ਫਿਰਿਓ ਨਕੀਬ ਭਨਤਰਨ ਮਾਹਾ। ਉਹ ਰੌਲਾ ਪੈਂਦਾ ਫਿਰਦਾ ਜੰਗ ਦੇ ਮੈਦਾਨ ਵਿੱਚ। ਹੁਣ ਆਖਰੀ ਫੈਸਲੇ ਦੀ ਘੜੀ ਆ ਗਈ ਹੈ। ਇੱਧਰੋਂ ਬਹਾਦਰ ਸ਼ਾਹ ਦੀ ਮਦਦ ਗੁਰੂ ਗੋਬਿੰਦ ਸਿੰਘ ਜੀ ਕਰਦੇ ਹਨ ਤੇ ਤਾਰਾ ਆਜਮ ਵੀ ਤਕੜਾ ਜਿਹਾ ਹਮਲਾ ਕਰਦਾ ਹੈ। ਆਹ ਫੌਜ ਦੇ ਵਿੱਚ ਆਉਂਦਾ। ਇਹਨਾਂ ਦਾ ਜੰਗ ਫਿਰ ਕਿਵੇਂ ਹੁੰਦਾ ਇਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे हो बनहार, हे संत कै सदा संग दीदारा आधार, हे ठाकुर दासरो निर्गुण गुण नहीं कोई, नानक दीजै नाम दान राखो ही परोए, आए प्रभ शरणागति कृपा नित दयाल, एक अखर हर मन बसत नानक होत निहाल, एक ओंकार सतगुरु तेह प्रसाद सच होए, वाहिगुरु जी की फतेह विघ्न है, विनाशन सोए, वाहिगुरु जी की फतेह विघ्न है। विनाशन सोए। वाहिगुरु जी का खालसा, वाहिगुरु जी की फतेह।